ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਰਜੇ ਆਪਾਂ ਕੈਮਿਸਟਰੀ ਦਾ +2 ਦਾ ਫਸਟ ਚੈਪਟਰ ਸੋਲੂਸ਼ਨਸ ਜਿਹੜਾ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਣੀ ਜਿਹੜੀ ਇੰਟਰੋਡਕਸ਼ਨ ਹੈ ਉਹ ਚੈਪਟਰ ਦੇ ਨਾਮ ਦੇ ਨਾਲ ਹੋਣੀ ਜ਼ਰੂਰੀ ਹੈ ਕਿ ਸੋਲੂਸ਼ਨ ਕਿਹਨੂੰ ਕਹਿੰਦੇ ਆ। ਹੁਣ ਜਿੱਦਾਂ ਜੇ ਆਪਾਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਆਪਾਂ ਨੂੰ ਕੋਈ ਵੀ ਚੀਜ਼ ਪਿਓਰ ਨਹੀਂ ਮਿਲਦੀ ਹੈਗੀ, ਕੋਈ ਵੀ ਸਬਸਟੈਂਸ ਜਿਹੜਾ ਹੈਗਾ ਪਿਓਰ ਫਾਰਮ 'ਚ ਨਹੀਂ ਹੁੰਦਾ। ਆਪਣੇ ਆਲੇ ਦੁਆਲੇ ਜਿੰਨੀਆਂ ਵੀ ਚੀਜ਼ਾਂ ਆ ਉਹ ਮਿਕਸਿੰਗ ਦੇ ਵਿੱਚ ਮਿਲਦੀਆਂ, ਆਪਾਂ ਨੂੰ ਮਿਕਸਚਰਸ ਮਿਲਦੇ ਆ। ਫੋਰ ਐਗਜ਼ਾਮਪਲ ਜੇ ਆਪਾਂ ਹਵਾ ਦੀ ਗੱਲ ਕਰੀਏ ਤਾਂ ਹਵਾ ਜਿਹੜੀ ਹੈ ਗੈਸਾਂ ਦਾ ਮਿਕਸਚਰ ਹੈ, ਸੋ ਇਹਦੇ ਵਿੱਚ ਵੀ ਮਿਕਸਿੰਗ ਹੋਈ ਹੈ। ਪਾਣੀ ਆਪਾਂ ਪੀਂਦੇ ਹਾਂ ਉਹਦੇ ਵਿੱਚ ਪਤਾ ਨਹੀਂ ਕਿੰਨੇ ਸਾਲਟ ਹੈ ਜਿਹੜੇ ਉਹ ਡਿਜ਼ੋਲਵ ਹੋਏ ਹੁੰਦੇ ਆ, ਸੋ ਉਹ ਵੀ ਜਿਹੜਾ ਹੈਗਾ ਆਪਣੇ ਕੋਲ ਇੱਕ ਮਿਕਸਚਰ ਆ ਗਿਆ। ਕੋਲਡ ਡਰਿੰਕਸ ਹੋ ਗਈਆਂ ਉਹ ਮਿਕਸਚਰ ਹੁੰਦੀਆਂ, ਕਈ ਚੀਜ਼ਾਂ ਨੂੰ ਮਿਲਾ ਕੇ ਕੰਪੋਨੈਂਟਸ ਨੂੰ ਤਿਆਰ ਹੁੰਦੀਆਂ। ਇਸ ਤਰੀਕੇ ਦੇ ਨਾਲ ਯਾਨੀ ਸਾਡੀ ਡੀਲਿੰਗ ਪਿਓਰ ਸਬਸਟੈਂਸਿਸ ਨਾਲ ਨਹੀਂ ਹੁੰਦੀ। ਜਿੰਨਾ ਵੀ ਸਾਡੇ ਆਲੇ ਦੁਆਲੇ ਚੀਜ਼ਾਂ ਰਜੇ ਉਹ ਆਪਣੇ ਕੋਲ ਮਿਕਸਚਰ ਫਾਰਮ ਦੇ ਵਿੱਚ ਹੀ ਹੁੰਦੀਆਂ ਆ। ਸੋ ਮਿਕਸਿੰਗ ਜਿਹੜੀ ਹੈਗੀ ਹੈ ਇੱਕ ਕਹਿ ਲਓ ਕਿ ਜ਼ਰੂਰੀ ਚੀਜ਼ ਹੈ ਕਿ ਆਪਾਂ ਨੂੰ ਆਲੇ ਦੁਆਲੇ, ਕਿਉਂਕਿ ਸਾਡਾ ਜਿਹੜਾ ਡੀਲਿੰਗ ਹੈ ਉਹ ਮਿਕਸਚਰਸ ਦੇ ਨਾਲ ਹੁੰਦੀ ਹੈ, ਚਾਹੇ ਉਹ ਹਵਾ ਹੈ ਚਾਹੇ ਉਹ ਪਾਣੀ ਹੈ। ਹੁਣ ਅਸੀਂ ਆਪਣੀ ਬੋਡੀ ਦੀ ਗੱਲ ਕਰੀਏ, ਸਾਡਾ ਅੰਦਰ ਬਲੱਡ ਹੈਗਾ, ਬਲੱਡ ਦੇ ਵਿੱਚ ਕਿੰਨੇ ਕੰਪੋਨੈਂਟਸ ਹੁੰਦੇ ਆ, ਤਾਂ ਬਲੱਡ ਵੀ ਜਿਹੜਾ ਹੈਗਾ ਵੇਰੀਅਸ ਕੰਪੋਨੈਂਟਸ ਦਾ ਇੱਕ ਮਿਕਸਚਰ ਹੁੰਦਾ ਆ। ਜਿੰਨੇ ਵੀ ਆਪਣੀ ਬੋਡੀ ਦੇ ਅੰਦਰ ਫਲੂਇਡ ਹੈਗੇ ਆ ਉਹ ਮਿਕਸਚਰ ਦੇ ਹੈਗੇ, ਮਿਕਸਚਰ ਦੀ ਫਾਰਮ 'ਚ ਹੈਗੇ ਆ। ਸੋ ਇਹ ਸਾਰੇ ਮਿਕਸਚਰਸ ਜਿਹੜੇ ਆ ਇੱਕ ਤਰ੍ਹਾਂ ਦੇ ਰਲ ਕੇ ਜਿਹੜੇ ਆ ਮਿਕਸਿੰਗ ਤੋਂ ਬਾਅਦ ਹੀ ਸੋਲਿਊਸ਼ਨ ਤਿਆਰ ਹੁੰਦਾ। ਹੁਣ ਸੋਲਿਊਸ਼ਨ ਕਿਹਨੂੰ ਕਹਿੰਦੇ ਆ ਆਪਾਂ? ਸੋਲਿਊਸ਼ਨ ਇੱਕ ਇਸ ਤਰ੍ਹਾਂ ਦਾ ਮਿਕਸਚਰ ਬਣ ਜਾਂਦਾ ਆ ਜਿਹਨੂੰ ਅਸੀਂ ਨਾਂ ਦਿੰਦੇ ਆ ਹੋਮੋਜੀਨੀਅਸ ਮਿਕਸਚਰ। ਹੋਮੋਜੀਨੀਅਸ ਮਿਕਸਚਰ ਦਾ ਕੀ ਮਤਲਬ ਆ ਰਾਜੇ? ਹੋਮੋਜੀਨੀਅਸ ਮਿਕਸਚਰ ਇੱਕ ਇੱਦਾਂ ਦਾ ਮਿਕਸਚਰ ਤਿਆਰ ਹੋ ਜਾਂਦਾ ਜਿਹਦੇ ਵਿੱਚ ਸਾਡੇ ਕੰਪੋਨੈਂਟ ਕੰਪਲੀਟਲੀ ਮਿਕਸ ਹੋ ਜਾਂਦੇ ਆ। ਫਿਰ ਸਾਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਕਿਹਦੇ ਵਿੱਚ ਡਿਜ਼ੋਲਵ ਕੀਤੀ ਹੋਈ ਆ। ਉਹ ਕੰਪਲੀਟ ਮਿਕਸ ਹੋ ਕੇ ਉਹਦੀ ਕੰਪੋਜੀਸ਼ਨ ਥਰੂ ਆਊਟ ਸੋਲਿਊਸ਼ਨ ਦੇ ਵਿੱਚ ਸੇਮ ਹੋ ਜਾਂਦੀ ਹੈ, ਪ੍ਰੋਪਰਟੀਜ਼ ਸੇਮ ਹੋ ਜਾਂਦੀਆਂ। ਇਸ ਤਰ੍ਹਾਂ ਦੇ ਸੋਲਿਊਸ਼ਨ ਜਿਹੜੇ ਆ, ਮਿਕਸਚਰ ਜਿਹੜੇ ਬਣਦੇ ਆ, ਹੋਮੋਜੀਨੀਅਸ ਮਿਕਸਚਰ ਜਿਹੜੇ ਹੁੰਦੇ ਆ, ਉਹਨਾਂ ਨੂੰ ਅਸੀਂ ਸੋਲਿਊਸ਼ਨ ਦਾ ਨਾਮ ਦੇ ਦਿੰਦੇ ਆ। ਹੁਣ ਤੁਸੀਂ ਕਹੋਗੇ ਉਹ ਕਿਸ ਤਰ੍ਹਾਂ, ਕਿਉਂਕਿ ਬਿਨਾਂ ਐਗਜ਼ਾਮਪਲ ਆਪਾਂ ਨੂੰ ਚੀਜ਼ ਨਹੀਂ ਕਲੀਅਰ ਹੋ ਸਕਦੀ। ਫੋਰ ਐਗਜ਼ਾਮਪਲ ਜਿੱਦਾਂ ਹੁਣ ਤੁਹਾਨੂੰ ਮੈਂ ਦੱਸਦੀ ਹਾਂ, ਮੰਨ ਲਓ ਆਪਣੇ ਕੋਲ ਪਾਣੀ ਹੈ ਰਾਜੇ, ਹੈ ਨਾ, ਪਾਣੀ ਹੈ। ਪਾਣੀ ਦੇ ਵਿੱਚ ਆਪਾਂ ਕੀ ਕਰੀਏ, ਥੋੜ੍ਹਾ ਜਿਹਾ ਸਾਲਟ ਡਿਜ਼ੋਲਵ ਕਰਤਾ, ਸਾਲਟ ਹੋ ਗਿਆ, ਨਮਕ ਪਾ ਦਿੱਤਾ। ਜਦੋਂ ਅਸੀਂ ਉਹਨੂੰ ਘੋਲ ਦਿੰਦੇ ਹਾਂ ਹੈ ਨਾ ਚਮਚ ਦੇ ਨਾਲ, ਤਾਂ ਉਹ ਕੀ ਹੁੰਦਾ ਕਿ ਉਹ ਸਾਨੂੰ ਫਿਰ ਪਤਾ ਨਹੀਂ ਲੱਗਦਾ ਵੀ ਪਾਣੀ ਅਤੇ ਨਮਕ ਜਿਹੜੇ ਆ ਇੱਕੋ ਹੀ ਚੀਜ਼ ਬਣ ਗਈ ਜਾਂ ਅਲੱਗ-ਅਲੱਗ ਚੀਜ਼ ਆ। ਇਸ ਤਰ੍ਹਾਂ ਦਾ ਮਿਕਸਚਰ ਜਿਹਦੇ ਵਿੱਚ ਕੰਪੋਜੀਸ਼ਨ ਸੇਮ ਹੋ ਜਾਂਦੀ ਹੈ, ਮਿਕਸਿੰਗ ਕੰਪਲੀਟ ਹੋ ਜਾਂਦੀ ਹੈ, ਦੋਨੋਂ ਕੰਪੋਨੈਂਟ ਮਿਕਸ ਹੋ ਜਾਂਦੇ ਆ, ਉਸ ਮਿਕਸਚਰ ਨੂੰ ਅਸੀਂ ਬੋਲਦੇ ਹਾਂ ਹੋਮੋਜੀਨੀਅਸ ਮਿਕਸਚਰ। ਔਰ ਉਸ ਮਿਕਸਚਰ ਦਾ ਦੂਸਰਾ ਨਾਮ ਕੀ ਬਣ ਜਾਂਦਾ? ਸੋਲਿਊਸ਼ਨ। ਸੋ ਇਸ ਤਰ੍ਹਾਂ ਦਾ ਮਿਕਸਚਰ ਜਿਸ 'ਚ ਦੋਨੋਂ ਕੰਪੋਨੈਂਟ ਕੰਪਲੀਟਲੀ ਮਿਕਸ ਹੋ ਜਾਂਦੇ ਆ, ਦੋ ਜਾਂ ਦੋ ਤੋਂ ਜ਼ਿਆਦਾ ਵੀ ਹੋ ਸਕਦੇ ਆ, ਉਹਨਾਂ ਦੀ ਕੰਪਲੀਟ ਮਿਕਸਿੰਗ ਹੋ ਜਾਂਦੀ ਹੈ। ਔਰ ਸੋਲਿਊਸ਼ਨ ਦੀ ਜਿਹੜੀ ਕੰਪੋਜੀਸ਼ਨ ਹੈ ਉਹ ਥਰੂ ਆਊਟ ਸੋਲਿਊਸ਼ਨ 'ਚ ਸੇਮ ਹੋ ਜਾਂਦੀ। ਹੁਣ ਸੇਮ ਇੱਦਾਂ ਹੋ ਜਾਂਦੀ ਹੈ ਵੀ ਪਾਣੀ ਤੁਸੀਂ ਨਮਕ ਵਾਲਾ ਜਿੱਥੋਂ ਵੀ ਪੀਓਗੇ ਨਮਕੀਨ ਟੇਸਟ ਆਏਗਾ। ਇਹ ਨਹੀਂ ਹੈਗਾ ਵੀ ਇੱਕ ਜਗ੍ਹਾ 'ਤੇ ਘੱਟ ਨਮਕੀਨ ਹੈ ਇੱਕ ਜ਼ਿਆਦਾ, ਨੋ, ਸਾਰੇ ਸੋਲਿਊਸ਼ਨ ਦੇ ਵਿੱਚ ਜਿਹੜੀ ਕੰਪੋਜੀਸ਼ਨ ਹੈ ਉਹ ਸੇਮ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਮਿਕਸਚਰ ਨੂੰ ਅਸੀਂ ਬੋਲਦੇ ਹਾਂ ਹੋਮੋਜੀਨੀਅਸ ਮਿਕਸਚਰ। ਔਰ ਹੋਮੋਜੀਨੀਅਸ ਮਿਕਸਚਰ ਤੋਂ ਜਿਹੜਾ ਤਿਆਰ ਹੋਏਗਾ ਦੈਟ ਇਜ਼ ਨੋਨ ਐਜ਼ ਸੋਲਿਊਸ਼ਨ। ਸੋ ਇੱਥੋਂ ਸਾਨੂੰ ਇਹ ਕਲੀਅਰ ਹੋ ਗਿਆ ਕਿ ਸਾਡਾ ਚੈਪਟਰ ਸੋਲਿਊਸ਼ਨ ਹੈ, ਜਿਹਦੇ ਵਿੱਚ ਅਸੀਂ ਦੋ ਜਾਂ ਦੋ ਤੋਂ ਵੱਧ ਕੰਪੋਨੈਂਟਸ ਨੂੰ ਮਿਕਸ ਕਰਕੇ ਇੱਕ ਮਿਕਸਚਰ ਤਿਆਰ ਕਰਦੇ ਹਾਂ। ਉਸ ਦਾ ਨਾਂ ਕੀ ਰੱਖਿਆ ਜਾਂਦਾ ਹੈ? ਸੋਲਿਊਸ਼ਨ। ਸੋ ਡਿਫਾਈਨ ਕਰਾਂਗੇ ਸੋਲਿਊਸ਼ਨ ਨੂੰ, ਤਾਂ ਸੋਲਿਊਸ਼ਨ ਇੱਕ ਹੋਮੋਜੀਨੀਅਸ ਮਿਕਸਚਰ ਦੇ ਨਾਲ ਹੀ ਡਿਫਾਈਨ ਕੀਤਾ ਜਾਏਗਾ। ਇਟ ਇਜ਼ ਹੋਮੋਜੀਨੀਅਸ ਮਿਕਸਚਰ ਆਫ 2 or more substance। ਦੋ ਵੀ ਹੋ ਸਕਦੇ ਜਾਂ ਦੋ ਤੋਂ ਜ਼ਿਆਦਾ ਚੀਜ਼ਾਂ ਵੀ ਆਪਾਂ ਐਡ ਕਰ ਸਕਦੇ ਹਾਂ, ਪਰ ਇਹ ਹੈ ਕਿ ਉਹਨਾਂ ਦੀ ਜਿਹੜੀ ਕੰਪੋਜੀਸ਼ਨ ਹੋਏਗੀ ਦੈਟ ਕੈਨ ਬੀ ਵੇਰੀਡ ਵਿਦਇਨ ਸਰਟਨ ਲਿਮਿਟਸ। ਉਹਨਾਂ ਦੀ ਜਿਹੜੀ ਕੰਪੋਜੀਸ਼ਨ ਅਤੇ ਪ੍ਰੋਪਰਟੀਜ਼ ਹੈ ਰਾਜੇ ਸੇਮ ਰਹਿਣਗੀਆਂ ਹਰ ਜਗ੍ਹਾ 'ਤੇ, ਲੇਕਿਨ ਆਪਾਂ ਕੰਪੋਜੀਸ਼ਨ ਚੇਂਜ ਵੀ ਕਰ ਸਕਦੇ ਹਾਂ। ਤੁਸੀਂ ਕਹਿਣਾ ਉਹ ਕਿੱਦਾਂ ਵੇਰੀ ਹੋਏਗੀ? ਹੁਣ ਮੰਨ ਲਓ ਮੈਂ ਕੰਪੋਜੀਸ਼ਨ ਅਲੱਗ ਬਣਾਉਣਾ ਚਾਹੁੰਦੀ ਸੋਲਿਊਸ਼ਨ ਦੀ। ਮੈਂ ਇੱਕ ਗਲਾਸ ਦੇ ਵਿੱਚ ਇੱਥੇ 1 ਚਮਚ ਸਾਲਟ ਪਾਇਆ, ਠੀਕ ਹੈ। ਫਿਰ ਮੈਂ 1 ਗਲਾਸ ਪਾਣੀ ਲਿਆ, ਉਹਦੇ ਵਿੱਚ ਮੈंने ਕਿੰਨੇ ਚਮਚ ਪਾ ਦਿੱਤੇ? 5 ਚਮਚ ਐਡ ਕਰ ਦਿੱਤੇ ਸਾਲਟ ਦੇ। ਹੁਣ ਤੁਸੀਂ ਦੇਖੋ ਵੀ ਆਹ ਸੋਲਿਊਸ਼ਨ ਅਤੇ ਆਹ ਸੋਲਿਊਸ਼ਨ 'ਚ ਫ਼ਰਕ ਹੋਏਗਾ ਨਾ। ਇਹਦੀ ਕੰਪੋਜੀਸ਼ਨ ਵੱਖਰੀ ਹੋ ਗਈ, ਇਹਦੀ ਕੰਪੋਜੀਸ਼ਨ ਕੀ ਹੋ ਗਈ ਹੈ? ਵੱਖਰੀ ਹੋ ਗਈ ਹੈ। ਸੋ ਡਿਫਰੈਂਟ ਕੰਪੋਜੀਸ਼ਨਸ ਦੇ ਆਪਾਂ ਸੋਲਿਊਸ਼ਨ ਜਿਹੜੇ ਆ ਉਹ ਤਿਆਰ ਕਰ ਸਕਦੇ ਹਾਂ। ਕੁਛ ਗਾੜੇ ਬਣ ਜਾਂਦੇ ਆ, ਕੁਛ ਪਤਲੇ ਬਣ ਜਾਂਦੇ ਆ, ਉਹਦੇ ਅਕੋਰਡਿੰਗ ਉਹਦੀਆਂ ਪ੍ਰੋਪਰਟੀਜ਼ ਸ਼ੋ ਹੋ ਜਾਂਦੀਆਂ। ਸੋ ਦੂਜੀ ਗੱਲ ਆਪਾਂ ਧਿਆਨ 'ਚ ਰੱਖਣੀ ਹੈ ਕਿ ਸੋਲਿਊਸ਼ਨ ਦੇ ਵਿੱਚ ਬੇਸਿਕਲੀ ਆਪਾਂ ਨੂੰ ਕੰਪੋਨੈਂਟ ਐਡ ਕਰਨੇ ਪੈਂਦੇ ਆ। ਔਰ ਮੇਨ ਕੰਪੋਨੈਂਟ ਆਪਣੇ ਕੋਲ ਰਾਜੇ ਦੋ ਹੁੰਦੇ ਆ, ਇੱਕ ਨੂੰ ਅਸੀਂ ਸੋਲਿਊਟ ਬੋਲਦੇ ਹਾਂ, ਦੂਜੇ ਨੂੰ ਅਸੀਂ ਕੀ ਬੋਲਦੇ ਹਾਂ? ਸੋਲਵੈਂਟ ਬੋਲਦੇ ਹਾਂ। ਹੁਣ ਸੋਲਿਊਟ ਕੰਪੋਨੈਂਟ ਕੀ ਹੁੰਦਾ ਆ? ਹੁਣ ਸੋਲਿਊਸ਼ਨ ਦੇ ਵਿੱਚ ਦੋ ਕੰਪੋਨੈਂਟ ਜ਼ਰੂਰ ਹੁੰਦੇ ਆ, ਪਰ ਇੱਕ ਜ਼ਿਆਦਾ ਮਾਤਰਾ 'ਚ ਹੁੰਦਾ, ਇੱਕ ਘੱਟ 'ਚ ਹੁੰਦਾ।
ਹੁਣ ਅਸੀਂ ਮੰਨ ਲਓ ਪਾਣੀ 'ਚ ਨਮਕ ਵੀ ਘੋਲਦੇ ਹਾਂ, ਹੈ ਨਾ। ਤਾਂ ਇੱਕ ਚੀਜ਼ ਅਸੀਂ ਜ਼ਿਆਦਾ ਮਾਤਰਾ 'ਚ ਲੈਂਦੇ ਹਾਂ, ਪਾਣੀ ਜ਼ਿਆਦਾ ਲਵਾਂਗੇ, ਨਮਕ ਉਹਦੇ ਵਿੱਚ ਡਿਜ਼ੋਲਵ ਕਰਦੇ ਹਾਂ ਆਪਾਂ, ਉਹ ਥੋੜ੍ਹਾ ਲੈਂਦੇ ਹਾਂ ਤਾਂ ਉਹ ਇੱਕ ਘੋਲ ਤਿਆਰ ਹੋ ਜਾਂਦਾ ਜਿਹਨੂੰ ਅਸੀਂ ਸੋਲਿਊਸ਼ਨ ਬੋਲਦੇ ਹਾਂ। ਸੋ ਜਿਹੜਾ ਕੰਪੋਨੈਂਟ ਸਮਾਲ ਕੁਆਂਟਿਟੀ 'ਚ ਲਿਆ ਜਾਏਗਾ that is known as solute, and that component which is present in large amount it is known as solvent. So main binary solution ਤਿਆਰ ਕੀਤੇ ਜਾਂਦੇ ਆ ਜਿਹਦੇ ਵਿੱਚ ਦੋ ਕੰਪੋਨੈਂਟ ਹਿੱਸਾ ਲੈਂਦੇ ਆ, ਇੱਕ ਨੂੰ ਸੋਲਿਊਟ ਬੋਲਦੇ ਆ, ਇੱਕ ਨੂੰ ਸੋਲਵੈਂਟ। ਸੋਲਵੈਂਟ ਉਹ ਹੋਊਗਾ ਜਿਹਦੇ ਵਿੱਚ ਆਪਾਂ ਚੀਜ਼ ਘੋਲਣੀ ਆ, ਸੋਲਿਊਟ ਉਹ ਹੋਊਗਾ ਜਿਹਨੂੰ ਤੁਸੀਂ ਘੋਲਣਾ ਹੈ। ਫੋਰ ਐਗਜ਼ਾਮਪਲ ਆਪਾਂ ਪਾਣੀ 'ਚ ਨਮਕ ਘੋਲਿਆ ਤਾਂ ਨਮਕ ਕੀ ਹੋ ਗਿਆ, ਸੋਲਿਊਟ ਹੋ ਗਿਆ, ਔਰ ਪਾਣੀ ਕੀ ਹੋ ਗਿਆ, ਆਪਣਾ ਸੋਲਵੈਂਟ ਬਣ ਗਿਆ। ਐਸੇ ਤਰੀਕੇ ਮੰਨ ਲਓ ਮੈਂ ਪਾਣੀ 'ਚ ਸ਼ੂਗਰ ਘੋਲ ਦਿੱਤੀ ਤਾਂ ਸ਼ੂਗਰ ਕੀ ਹੋ ਗਿਆ, ਸੋਲਿਊਟ ਹੋ ਗਿਆ, ਤੇ ਪਾਣੀ ਕੀ ਬਣ ਗਿਆ ਜਾਂ ਸੋਲਵੈਂਟ ਬਣ ਗਿਆ। ਸੋ ਸੋਲਿਊਟ ਤੇ ਸੋਲਵੈਂਟ 'ਚ ਕਨਫਿਊਜ਼ ਜਿਹੜਾ ਨਹੀਂ ਹੋਣਾ। ਜਦੋਂ ਸੋਲਿਊਟ ਤੇ ਸੋਲਵੈਂਟ ਮਿਕਸ ਹੋ ਜਾਂਦੇ ਆ ਦੈਟ ਇਜ਼ ਨੋਨ ਐਜ਼, ਫਿਰ ਕੀ ਤਿਆਰ ਹੋ ਜਾਂਦਾ, ਸੋਲਿਊਸ਼ਨ ਬਣ ਜਾਂਦਾ। ਹੁਣ ਇਹ ਤਾਂ ਹੋ ਗਿਆ ਆਪਣੇ ਕੋਲ ਸੋਲਿਊਸ਼ਨ, ਠੀਕ ਹੈ। ਹੁਣ ਸੋਲਿਊਸ਼ਨ ਜਿਹੜੇ ਹੁੰਦੇ ਆ ਉਹ ਅੱਗੋਂ ਕਈ ਟਾਈਪਸ ਦੇ ਹੁੰਦੇ ਆ, ਹੈ ਨਾ। ਹੁਣ ਅੱਗੋਂ ਟਾਈਪਸ ਦਾ ਮਤਲਬ ਇਹ ਹੋ ਗਿਆ, ਇੱਕ ਤਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਹੋਮੋਜੀਨੀਅਸ ਸੋਲਿਊਸ਼ਨ ਹੋ ਗਿਆ ਆਪਣੇ ਕੋਲ ਜਿਹਦੇ ਵਿੱਚ ਸਾਰੇ ਸੇਮ ਹੋ ਜਾਂਦੀ ਕੰਪੋਜੀਸ਼ਨ, ਇੱਕਦਮ ਡਿਜ਼ੋਲਵ ਹੋ ਜਾਂਦੇ ਆ। ਇੱਕ ਅਸੀਂ ਸੋਲਿਊਟ ਤੇ ਸੋਲਵੈਂਟ ਦੇ ਹਿਸਾਬ ਦੇ ਨਾਲ ਵੀ ਆਪਾਂ ਸੋਲਿਊਸ਼ਨ ਨੂੰ ਡਿਵਾਈਡ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਆਪਾਂ ਸੋਲਿਊਸ਼ਨ ਜਿਹੜੇ ਆ ਉਹ ਤਿੰਨ ਤਰ੍ਹਾਂ ਦੇ ਬਣਾ ਸਕਦੇ ਹਾਂ। ਫੋਰ ਐਗਜ਼ਾਮਪਲ ਫਸਟ ਮੈਂ ਜਿੱਦਾਂ ਲਊਂਗੀ ਦੈਟ ਇਜ਼ ਗੈਸ਼ੀਅਸ ਸੋਲਿਊਸ਼ਨਸ ਹੋਣਗੇ, ਸੈਕਿੰਡ ਮੈਂ ਲਊਂਗੀ ਦੈਟ ਇਜ਼ ਲਿਕੁਇਡ ਸੋਲਿਊਸ਼ਨਸ ਹੋਣਗੇ, ਥਰਡ ਅਸੀਂ ਕੈਟਾਗਰੀ ਲੈ ਸਕਦੇ ਹਾਂ ਸੋਲਿਡ ਸੋਲਿਊਸ਼ਨ। ਯਾਨੀ ਕਿ ਆਪਣੇ ਦਿਮਾਗ 'ਚ ਇਹ ਵੀ ਹੋਣਾ ਚਾਹੀਦਾ ਹੈ ਕਿ ਇਹ ਮਿਕਸਚਰ ਇਕੱਲੇ ਲਿਕੁਇਡ 'ਚ ਨਹੀਂ ਬਣਦਾ ਹੈਗਾ, ਇਹ ਮਿਕਸਚਰ ਗੈਸ ਫੇਸ 'ਚ ਵੀ ਬਣ ਸਕਦਾ, ਲਿਕੁਇਡ ਫੇਸ 'ਚ ਵੀ ਬਣ ਸਕਦਾ, ਔਰ ਸੋਲਿਡ ਫੇਸ 'ਚ ਵੀ ਬਣ ਸਕਦਾ, ਜਿਹਦੇ ਬੇਸ 'ਤੇ ਆਪਾਂ ਤਿੰਨ ਤਰ੍ਹਾਂ ਦੇ ਸੋਲਿਊਸ਼ਨ ਜਿਹੜੇ ਆ ਉਹ ਡਿਵਾਈਡ ਕਰ ਸਕਦੇ ਹਾਂ, ਠੀਕ ਹੈ ਰਾਜੇ। ਹੁਣ ਮੰਨ ਲਓ ਮੈਂ ਫਸਟ ਟਾਈਪ ਜਿਹੜੀ ਲੈਂਦੀ ਹਾਂ ਦੈਟ ਇਜ਼ ਗੈਸ਼ੀਅਸ ਸੋਲਿਊਸ਼ਨਸ, ਆਪਾਂ ਪਹਿਲਾਂ ਸਟੱਡੀ ਕਰਦੇ ਹਾਂ। ਹੁਣ ਗੈਸ਼ੀਅਸ ਸੋਲਿਊਸ਼ਨ ਦੇ ਵਿੱਚ ਰਾਜੇ ਕੀ ਫਰਕ ਪਏਗਾ, ਜਦੋਂ ਮੈਂ ਗੈਸ਼ੀਅਸ ਸੋਲਿਊਸ਼ਨ ਦੀ ਗੱਲ ਕਰੂੰਗੀ ਰਾਜੇ ਉਦੋਂ ਇਹ ਧਿਆਨ ਰੱਖਣਾ ਆਪਾਂ ਨੇ, ਗੈਸ਼ੀਅਸ ਸੋਲਿਊਸ਼ਨ ਦਾ ਮਤਲਬ ਇਹ ਹੋਏਗਾ ਸਾਡੇ ਕੋਲ ਕੰਪੋਨੈਂਟ ਤਾਂ ਦੋ ਹੀ ਹੋਣਗੇ, ਇੱਕ ਸੋਲਿਊਟ ਤੇ ਸੋਲਵੈਂਟ, ਲੇਕਿਨ ਜਦੋਂ ਅਸੀਂ ਗੈਸ਼ੀਅਸ ਦੀ ਗੱਲ ਕਰਾਂਗੇ ਉਸ ਵਕਤ ਸਾਡਾ ਸੋਲਵੈਂਟ ਯਾਨੀ ਕਿ ਜਿਹੜਾ ਕੰਪੋਨੈਂਟ ਅਸੀਂ ਜ਼ਿਆਦਾ ਮਾਤਰਾ 'ਚ ਲੈਣਾ ਦੈਟ ਵਿਲ ਬੀ ਗੈਸ, ਇਟ ਸ਼ੁੱਡ ਬੀ ਗੈਸ। ਜੇ ਮੈਂ ਲਿਕੁਇਡ ਸੋਲਿਊਸ਼ਨ ਦੀ ਗੱਲ ਕਰੂੰਗੀ ਤਾਂ ਸੋਲਵੈਂਟ ਕੀ ਹੋਏਗਾ ਮੇਰੇ ਕੋਲ ਉਸ ਵਕਤ, ਲਿਕੁਇਡ ਲਿਆ ਜਾਏਗਾ। ਜੇ ਮੈਂ ਸੋਲਿਡ ਦੀ ਗੱਲ ਕਰੂੰਗੀ ਤਾਂ ਸੋਲਵੈਂਟ ਕੀ ਲਊਂਗੀ ਮੈਂ, ਸੋਲਿਡ। ਯਾਨੀ ਜਿਹੜਾ ਕੰਪੋਨੈਂਟ ਆਪਾਂ ਜ਼ਿਆਦਾ ਮਾਤਰਾ 'ਚ ਲੈਣਾ ਉਹਦੇ ਨਾਂ ਦੇ ਉੱਤੇ ਹੀ ਸੋਲਿਊਸ਼ਨ ਦਾ ਨਾਂ ਰੱਖਿਆ ਜਾਏਗਾ। ਹੁਣ ਫੋਰ ਐਗਜ਼ਾਮਪਲ ਮੈਂ ਪਹਿਲਾਂ ਸ਼ੁਰੂ ਕੀਤਾ ਕਿ ਮੈਂ ਗੈਸ਼ੀਅਸ ਸੋਲਿਊਸ਼ਨ ਦੇਖਣਾ ਚਾਹੁੰਦੀ ਹਾਂ ਕਿੱਦਾਂ ਬਣੇਗਾ। ਗੈਸ਼ੀਅਸ ਸੋਲਿਊਸ਼ਨ ਦੇ ਵਿੱਚ ਆਪਣੇ ਕੋਲ ਸੋਲਵੈਂਟ ਕੀ ਹੋਏਗਾ ਰਾਜੇ, ਗੈਸ। ਯਾਨੀ ਕਿ ਜਿਹੜਾ ਕੰਪੋਨੈਂਟ ਜ਼ਿਆਦਾ ਮਾਤਰਾ 'ਚ ਤੁਸੀਂ ਕੀ ਲੈ ਲਈ ਹੈ, ਗੈਸ ਲੈ ਲਈ। ਹੁਣ ਗੈਸ ਦੇ ਵਿੱਚ ਆਪਾਂ ਚੀਜ਼ ਐਡ ਕਰਨੀ ਹੈ, ਉਹ ਕੀ ਐਡ ਕਰਨਾ, ਸੋਲਿਊਟ ਐਡ ਕਰਨਾ। ਤੁਸੀਂ ਸੋਲਿਊਟ ਤਿੰਨੋਂ ਤਰ੍ਹਾਂ ਦਾ ਐਡ ਕਰ ਸਕਦੇ ਆ ਗੈਸ਼ੀਅਸ ਦੇ ਵਿੱਚ। ਸੋਲਿਊਟ ਦਾ ਮਤਲਬ ਇਹ ਹੋਇਆ ਰਾਜੇ, ਤਿੰਨ ਦਾ ਮਤਲਬ ਇਹ ਹੋਇਆ ਆਪਾਂ ਇਹਦੇ ਵਿੱਚ ਸੋਲਿਡ ਵੀ ਪਾ ਸਕਦੇ ਹਾਂ, ਲਿਕੁਇਡ ਵੀ ਪਾ ਸਕਦੇ ਹਾਂ, ਅਤੇ ਕੀ ਪਾ ਸਕਦੇ ਹਾਂ ਰਾਜੇ, ਗੈਸ। ਸੋ ਸੋਲਿਊਟ ਆਪਾਂ ਤਿੰਨਾਂ 'ਚੋਂ ਕੋਈ ਵੀ ਐਡ ਕਰ ਸਕਦੇ ਹਾਂ, ਲੇਕਿਨ ਸੋਲਵੈਂਟ ਕੀ ਹੋਣਾ ਚਾਹੀਦਾ, ਗੈਸ। ਹੁਣ ਐਗਜ਼ਾਮਪਲ ਸੋਚ ਕੇ ਦੇਖੋ, ਤੁਹਾਨੂੰ ਇਹ ਸੋਲਿਊਸ਼ਨ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ। ਮੰਨ ਲਓ ਮੈਂ ਕਿਹਾ ਕਿ ਸੋਲਵੈਂਟ ਗੈਸ ਹੈ, ਯਾਨੀ ਜ਼ਿਆਦਾ ਮਾਤਰਾ 'ਚ ਕੀ ਲੈਣੀ ਹੈ ਆਪਾਂ ਨੇ, ਗੈਸ ਦੇਖਣੀ ਹੈ, ਸੋਚਣੀ ਹੈ, ਉਹਦੇ ਵਿੱਚ ਅਸੀਂ ਐਡ ਕਰਕੇ ਦੇਖਦੇ ਹਾਂ। ਮੈਂ ਕਿਹਾ ਕਿ ਸੋਲਿਡ ਕੀ ਪਾਤਾ ਆਪਾਂ, ਸੋਲਿਊਟ ਕੀ, ਆਪਾਂ ਇੱਦਾਂ ਦਾ ਕੋਈ ਮਿਕਸਚਰ ਆਲੇ ਦੁਆਲੇ ਦੇਖ ਸਕਦੇ ਹਾਂ। ਤਾਂ ਫਟਾਫਟ ਦਿਮਾਗ 'ਚ ਆਉਣਾ ਚਾਹੀਦਾ ਕਿ ਹਵਾ। ਹਵਾ ਦੇ ਵਿੱਚ ਕੀ ਹੁੰਦਾ, ਜਦੋਂ ਡਸਟ ਪਾਰਟੀਕਲ ਰਲ ਜਾਂਦੇ ਆ, ਹਵਾ ਦੀ ਮਾਤਰਾ ਕੀ ਹੁੰਦੀ ਹੈ ਰਾਜੇ, ਜ਼ਿਆਦਾ ਹੁੰਦੀ ਹੈ, ਔਰ ਡਸਟ ਪਾਰਟੀਕਲ ਜਾਂ ਸਮੋਕ ਪਾਰਟੀਕਲਸ ਆ, ਛੋਟੇ ਛੋਟੇ ਜਿਹੜੇ ਹੁੰਦੇ ਆ, ਕਣ ਹੁੰਦੇ ਆ, ਉਹਨਾਂ ਦੀ ਮਾਤਰਾ ਕੀ ਹੁੰਦੀ ਹੈ, ਘੱਟ। ਉਹ ਕੀ ਬਣ ਜਾਏਗਾ, ਸੋਲਿਊਟ, ਔਰ ਇਹ ਕੀ ਬਣ ਜਾਏਗਾ, ਸੋਲਵੈਂਟ। ਤਾਂ ਦੋਨਾਂ ਨੂੰ ਮਿਕਸ ਕਰਕੇ ਜਿਹੜਾ ਮਿਕਸਚਰ ਤਿਆਰ ਹੋਇਆ ਇਟ ਇਜ਼ ਨੋਨ ਐਜ਼ ਗੈਸ਼ੀਅਸ ਸੋਲਿਊਸ਼ਨ। ਸੈਕਿੰਡ ਐਗਜ਼ਾਮਪਲ ਵੀ ਚੈੱਕ ਕਰ ਲੈਂਦੇ ਹਾਂ। ਮੰਨ ਲਓ ਮੈਂ ਕਿਹਾ ਕਿ ਸੋਲਵੈਂਟ ਆਪਾਂ ਗੈਸ ਰੱਖਣੀ ਆ ਪਰ ਉਹ 'ਚ ਲਿਕੁਇਡ ਲੈਣਾ ਆ, ਯਾਨੀ ਲਿਕੁਇਡ ਥੋੜ੍ਹੀ ਕੁਆਂਟਿਟੀ 'ਚ ਹੋਣਾ ਚਾਹੀਦਾ। ਐਜ਼ ਏ ਸੋਲਿਊਟ ਆਪਾਂ ਤਿੰਨੋਂ ਚੀਜ਼ਾਂ ਨੂੰ ਵਾਰੀ ਐਡ ਕਰਕੇ ਡਿਫਰੈਂਟ ਸੋਲਿਊਸ਼ਨ ਬਣਾ ਸਕਦੇ ਹਾਂ। ਮੰਨ ਲਓ ਹੁਣ ਆਪਾਂ ਸੈਕਿੰਡ 'ਤੇ ਆ ਗਏ। ਹੁਣ ਅਸੀਂ ਸੋਲਿਊਟ ਕੀ ਲੈਣਾ ਜਾਂ ਲਿਕੁਇਡ ਲੈਣਾ, ਥੋੜ੍ਹੀ ਮਾਤਰਾ 'ਚ ਕੀ ਹੋਣਾ ਚਾਹੀਦਾ, ਲਿਕੁਇਡ, ਜ਼ਿਆਦਾ ਕੀ ਹੋਣੀ ਚਾਹੀਦੀ, ਗੈਸ। ਫਿਰ ਹਵਾ ਦੀ ਐਗਜ਼ਾਮਪਲ ਲੈ ਲਓ। ਜਿੰਨਾ ਤੁਸੀਂ ਸੋਚੋਗੇ ਐਗਜ਼ਾਮਪਲ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਹਵਾ ਦੇ ਵਿੱਚ ਮੋਇਸਚਰ ਲੈ ਲਓ, ਪਾਣੀ ਦੀ ਮਾਤਰਾ ਲੈ ਲਓ, ਹੈ ਨਾ। ਵਾਟਰ ਡ੍ਰੌਪਲੇਟਸ ਥੋੜ੍ਹੀਆਂ ਹੁੰਦੀਆਂ, ਨਮੀ ਵਾਲੀ ਹਵਾ ਜਿਹਦੇ ਵਿੱਚ ਗੈਸ ਦੀ ਮਾਤਰਾ ਜ਼ਿਆਦਾ ਹੋਏਗੀ, ਪਾਣੀ ਦੀ ਮਾਤਰਾ ਕੀ ਹੁੰਦੀ ਹੈ, ਸਿੱਲੀ ਹਵਾ ਘੱਟ ਹੁੰਦੀ ਹੈ। ਸੋ ਐਗਜ਼ਾਮਪਲ ਆਪਾਂ ਇਸ ਸੋਲਿਊਸ਼ਨ ਦੀ ਲੈ ਸਕਦੇ ਹਾਂ। ਸਿਮਿਲਰਲੀ ਮੈਂ ਕਿਹਾ ਗੈਸ ਜਿਹੜੀ ਆ, ਗੈਸ ਦੇ ਵਿੱਚ ਆਪਾਂ ਗੈਸ ਵੀ ਐਡ ਕਰ ਸਕਦੇ ਹਾਂ। ਤਾਂ ਉਹ ਤਾਂ ਏਅਰ ਹੁੰਦੀ ਆ, ਆਕਸੀਜਨ ਜਿਹੜੀ ਆ ਜਾਂ ਨਾਈਟ੍ਰੋਜਨ ਹੈ, ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਹੈ, ਉਹਦੇ ਵਿੱਚ ਆਕਸੀਜਨ ਮਿਕਸ ਹੋਈ ਹੈ, ਕਾਰਬਨ ਡਾਈਆਕਸਾਈਡ ਦੀ ਮਾਤਰਾ ਘੱਟ ਹੈ। ਸੋ ਜ਼ਿਆਦਾ ਦੇ ਵਿੱਚ ਘੱਟ ਗੈਸ ਵੀ ਮਿਕਸ ਹੋ ਸਕਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਗੈਸ਼ੀਅਸ ਸੋਲਿਊਸ਼ਨ ਨੂੰ ਆਪਾਂ ਕਿਸੇ ਵੀ ਤਰੀਕੇ ਜਿਹੜਾ ਤਿਆਰ ਕਰ ਸਕਦੇ ਹਾਂ। ਸਿਰਫ ਇਹ ਧਿਆਨ ਰੱਖਣਾ ਕਿ ਸੋਲਵੈਂਟ ਕੀ ਹੋਣਾ ਚਾਹੀਦਾ, ਗੈਸ ਹੋਣਾ
होना चाहिए, ਉਹਦੇ ਵਿੱਚ ਸੋਲਿਊਟ ਅਸੀਂ ਤਿੰਨਾਂ ਚੋਂ ਕੋਈ ਵੀ ਐਡ ਕਰ ਸਕਦੇ ਹਾਂ, ਚਾਹੇ ਸੋਲਿਡ, ਚਾਹੇ ਲਿਕੁਇਡ, ਚਾਹੇ ਗੈਸ, ਔਰ ਡਿਫਰੈਂਟ ਐਗਜ਼ਾਮਪਲ ਸਾਡੇ ਸਾਹਮਣੇ ਆ ਜਾਣਗੀਆਂ। ਸੇਮ ਆਪਾਂ ਕੇਸ ਲਵਾਂਗੇ ਲਿਕੁਇਡ ਸੋਲਿਊਸ਼ਨ ਦਾ। ਹੁਣ ਲਿਕੁਇਡ ਸੋਲਿਊਸ਼ਨ ਦੇ ਵਿੱਚ ਅਸੀਂ ਕੀ ਚਾਹੁੰਦੇ ਹਾਂ ਵੀ ਸਾਡਾ ਸੋਲਵੈਂਟ ਲਿਕੁਇਡ ਹੋਊਗਾ, ਜਿਹੜੀ ਜ਼ਿਆਦਾ ਮਾਤਰਾ ਵਾਲਾ ਕੰਪੋਨੈਂਟ ਹੈ ਉਹ ਕੀ ਹੋਣਾ ਚਾਹੀਦਾ, ਲਿਕੁਇਡ। ਅਗੇਨ ਆਪਾਂ ਇਹਦੇ ਵਿੱਚ ਤਿੰਨ ਚੀਜ਼ਾਂ ਐਡ ਕਰ ਸਕਦੇ ਹਾਂ, ਚਾਹੀਏ ਤਾਂ ਆਪਾਂ ਸੋਲਿਡ ਪਾ ਸਕਦੇ, ਚਾਹੇ ਲਿਕੁਇਡ, ਚਾਹੇ ਗੈਸ, ਔਰ ਡਿਫਰੈਂਟ ਐਗਜ਼ਾਮਪਲ ਤੁਹਾਡੇ ਸਾਹਮਣੇ ਆਉਣਗੀਆਂ। ਹੁਣ ਫਸਟ ਮੈਂ ਕੀ ਕਿਹਾ ਕਿ ਆਪਾਂ ਲਿਕੁਇਡ ਲੈਣਾ ਆ, ਉਹਦੇ ਵਿੱਚ ਕੀ ਘੋਲ ਕੇ ਦੇਖੀਏ, ਸੋਲਿਡ ਪਾ ਕੇ ਦੇਖੀਏ। ਕੋਈ ਐਗਜ਼ਾਮਪਲ ਤੁਹਾਡੇ ਦਿਮਾਗ 'ਚ ਆਉਂਦੀ ਹੈ? ਯੈਸ, ਹੁਣੇ ਆਪਾਂ ਕੀਤੀ ਸੀ। ਅਗਰ ਆਪਾਂ ਪਾਣੀ ਲੈ ਲਈਏ ਜ਼ਿਆਦਾ, ਉਹਦੇ ਵਿੱਚ ਥੋੜ੍ਹੀ ਜਿਹੀ ਚੀਨੀ ਪਾ ਦਿਓ, ਸ਼ੂਗਰ ਪਾ ਦਿਓ, ਜਾਂ ਉਹਦੇ ਵਿੱਚ ਥੋੜ੍ਹਾ ਜਿਹਾ ਕੀ ਹੈ ਨਮਕ ਪਾ ਦਿਓ, ਤਾਂ ਉਹ ਸੋਲਿਡ ਹੀ ਹੁੰਦਾ ਨਾ, ਤਾਂ ਉਹ ਜਿਹੜਾ ਸੋਲਿਊਸ਼ਨ ਤਿਆਰ ਹੋ ਗਿਆ ਉਹ ਕੀ ਬਣ ਗਿਆ, ਲਿਕੁਇਡ ਸੋਲਿਊਸ਼ਨ, ਕਿਉਂਕਿ ਆਪਣਾ ਸੋਲਵੈਂਟ ਕੀ ਹੈ, ਲਿਕੁਇਡ ਹੈ। ਇਸੇ ਤਰੀਕੇ ਮੈਂ ਆਪਾਂ ਲਿਕੁਇਡ 'ਚ ਲਿਕੁਇਡ ਵੀ ਪਾ ਕੇ ਦੇਖ ਸਕਦੇ ਹਾਂ। ਇੱਕ ਜ਼ਿਆਦਾ ਲਿਕੁਇਡ ਲੈ ਲਿਆ, ਪਾਣੀ ਲੈ ਲਿਆ, ਇੱਕ ਘੱਟ ਲਿਕੁਇਡ ਐਡ ਕਰ ਲਿਆ, ਮੰਨ ਲਓ ਥੋੜ੍ਹਾ ਜਿਹਾ ਦੁੱਧ ਪਾ ਦਈਏ, ਹੈ ਨਾ, ਜਾਂ ਉਹਦੇ ਵਿੱਚ ਥੋੜ੍ਹਾ ਜਿਹਾ ਆਇਲ ਐਡ ਕਰ ਲਈਏ, ਜਾਂ ਕੋਈ ਆਪਾਂ ਉਹਦੇ ਵਿੱਚ ਜਿਹੜੀ ਕੋਲਡ ਡਰਿੰਕ ਮਿਕਸ ਕਰ ਦਈਏ, ਤਾਂ ਉਹ ਜਿਹੜਾ ਸੋਲਿਊਸ਼ਨ ਹੋਏਗਾ ਉਹ ਲਿਕੁਇਡ ਇਨ ਲਿਕੁਇਡ ਸੋਲਿਊਸ਼ਨ ਬਣੇਗਾ। ਇਸੇ ਤਰ੍ਹਾਂ ਲਿਕੁਇਡ 'ਚ ਆਪਾਂ ਗੈਸ ਵੀ ਥੋੜ੍ਹੀ ਐਡ ਕਰ ਸਕਦੇ ਹਾਂ। ਇਹਦੀ ਐਗਜ਼ਾਮਪਲ ਕੀ ਹੈ, ਬਹੁਤ ਅੱਛੀ ਐਗਜ਼ਾਮਪਲ ਹੈ। ਇਹਦੀ ਐਗਜ਼ਾਮਪਲ ਇਹ ਆ ਵੀ ਜਿਹੜੀਆਂ ਕੋਲਡ ਡਰਿੰਕਸ ਦੀਆਂ ਬੋਟਲਸ ਹੁੰਦੀਆਂ, ਜਦੋਂ ਢੱਕਣ ਖੋਲ੍ਹਦੇ ਹਾਂ ਆਪਾਂ, ਹੈ ਨਾ, ਕੋਕ ਦੀ ਬੋਟਲ ਲੈ ਲਈਏ, ਕੋਈ ਵੀ ਲੈ ਲਓ, ਢੱਕਣ ਖੋਲ੍ਹਦੇ ਹਾਂ ਗੈਸ ਬਾਹਰ ਆ ਜਾਂਦੀ ਆ, ਅਤੇ ਬਾਅਦ 'ਚ ਨੀਚੇ ਕੀ ਬਚਦਾ, ਲਿਕੁਇਡ। ਲਿਕੁਇਡ ਕੀ ਹੁੰਦਾ, ਜ਼ਿਆਦਾ ਹੁੰਦਾ, ਉਹ 'ਚ ਕੀ ਭਰੀ ਹੁੰਦੀ ਹੈ, ਥੋੜ੍ਹੀ ਗੈਸ ਹੁੰਦੀ ਹੈ ਜਿਹੜੀ ਨਿਕਲ ਜਾਂਦੀ ਹੈ। ਸੋ ਇਹ ਐਗਜ਼ਾਮਪਲ ਆਪਣੇ ਕੋਲ ਤੀਸਰੀ ਟਾਈਪ ਦੀ ਬਣ ਗਈ। ਸੋ ਇਸ ਤਰ੍ਹਾਂ ਆਪਾਂ ਐਗਜ਼ਾਮਪਲ ਖੁਦ ਚੈੱਕ ਕਰ ਸਕਦੇ ਹਾਂ ਕਿ ਅਸੀਂ ਸੋਲਵੈਂਟ ਲੈ ਕੇ ਉਹ 'ਚ ਆਪਾਂ ਸੋਲਿਊਟ ਐਡ ਕਰਕੇ ਦੇਖੀਏ ਤਾਂ ਡਿਫਰੈਂਟ ਇੱਕ ਤਰ੍ਹਾਂ ਦੇ ਸੋਲਿਊਸ਼ਨ ਸਾਨੂੰ ਨਜ਼ਰ ਆਉਂਦੇ ਆ। ਹੁਣ ਆਪਾਂ ਲਾਸਟ ਵੀ ਕਰ ਸਕਦੇ ਹਾਂ। ਹੁਣ ਮੈਂ ਕਿਹਾ ਕਿ ਸੋਲਿਡ ਦੇ ਵਿੱਚ ਤੁਸੀਂ ਸੋਲਿਡ ਕੀ ਲੈਣਾ ਰਾਜੇ, ਸੋਲਵੈਂਟ ਲੈਣਾ, ਯਾਨੀ ਜ਼ਿਆਦਾ ਕੀ ਹੋਣਾ ਚਾਹੀਦਾ, ਸੋਲਿਡ। ਅਗੇਨ ਤੁਸੀਂ ਇਸ ਸੋਲਿਡ ਦੇ ਵਿੱਚ ਤਿੰਨੋਂ ਸੋਲਿਊਟ ਦੁਆਰਾ ਐਡ ਕਰਕੇ ਦੇਖ ਸਕਦੇ ਹਾਂ। ਹੁਣ ਆਪਾਂ ਕਰਕੇ ਦੇਖੀਏ। ਹੁਣ ਆਪਾਂ ਪਹਿਲਾਂ ਸੋਲਿਡ ਦੇ ਵਿੱਚ ਕੀ ਪਾ ਕੇ ਦੇਖੀਏ, ਸੋਲਿਡ। ਇਹਦਾ ਮਤਲਬ ਦੋਨੋਂ ਚੀਜ਼ਾਂ ਕੀ ਹੋਣੀ ਚਾਹੀਦੀਆਂ, ਸੋਲਿਡ, ਸੋਲਵੈਂਟ ਵੀ ਸੋਲਿਡ ਹੋਵੇ, ਵਿੱਚ ਜਿਹੜੀ ਚੀਜ਼ ਪਾਉਣੀ ਉਹ ਵੀ ਸੋਲਿਡ ਹੀ ਹੋਵੇ। ਤਾਂ ਉਹਦੀ ਐਗਜ਼ਾਮਪਲ ਆਪਾਂ ਵਧੀਆ ਦੇਖ ਸਕਦੇ ਹਾਂ ਵੀ ਉਪ ਧਾਤਾਂ ਜਿਹੜੀਆਂ ਆਪਾਂ ਬੋਲਦੇ ਹਾਂ ਨਾ, ਯਾਨੀ ਦੋ ਮੈਟਲਸ ਨੂੰ ਮਿਕਸ ਕਰਕੇ ਦੋ ਸੋਲਿਡ ਬਣ ਗਈਆਂ ਨਾ, ਉਹਨਾਂ ਨੂੰ ਮਿਕਸ ਕਰਕੇ ਸੋਲਿਊਸ਼ਨ ਤਿਆਰ ਹੋ ਜਾਂਦਾ। ਜਿਹੜੇ ਬਰਤਨ ਬਣਦੇ, ਸਟੀਲ ਬਣਦੀ ਆ, ਇਹ ਮਿਕਸਿੰਗ ਤੋਂ ਬਾਅਦ ਬਣਦੀ, ਇਹਨਾਂ ਨੂੰ ਅਲੋਇਜ਼ ਬੋਲਦੇ ਆ। ਜਿਹੜੇ ਆਪਾਂ ਧਾਤਾਂ ਨੂੰ ਮਿਲਾ ਕੇ ਤਿਆਰ ਕਰਦੇ ਹਾਂ ਨਾ ਉਪ ਧਾਤਾਂ, ਉਹ ਅਲੋਇਜ਼ ਬਣ ਜਾਂਦੀਆਂ। ਉਹਨਾਂ ਦੀ ਮਤਲਬ ਜਿਹੜੀ ਆ ਯੋਗਤਾ ਕਹਿ ਲਓ, ਜਾਂ ਉਹਨਾਂ ਦੀਆਂ ਪ੍ਰੋਪਰਟੀਜ਼ ਜ਼ਿਆਦਾ ਅੱਛੀਆਂ ਹੁੰਦੀਆਂ, ਬਜਾਏ ਇਹਦੇ ਕਿ ਆਪਾਂ ਇਕੱਲੀ ਆਇਰਨ ਯੂਜ਼ ਕਰੀਏ ਜਾਂ ਇਕੱਲਾ ਇੱਕ ਮੈਟਲ ਯੂਜ਼ ਕਰੀਏ। ਉਹਦੀ ਬਜਾਏ ਜਦੋਂ ਮੈਟਲ ਨੂੰ ਮਿਕਸ ਕਰ ਦਿੰਦੇ ਹਾਂ ਤਾਂ ਉਹਦੀਆਂ ਪ੍ਰੋਪਰਟੀਜ਼ ਅੱਛੀਆਂ ਬਣ ਜਾਂਦੀਆਂ, ਤਾਂ ਉਹ ਅਲੋਇਜ਼ ਆਪਾਂ ਸੋਲਿਡ ਦੇ ਵਿੱਚ ਸੋਲਿਡ ਦੀ ਐਗਜ਼ਾਮਪਲ ਲੈ ਸਕਦੇ ਹਾਂ। ਇਸੇ ਤਰ੍ਹਾਂ ਸੋਲਿਡ 'ਚ ਆਪਾਂ ਲਿਕੁਇਡ ਵੀ ਪਾ ਕੇ ਦੇਖ ਸਕਦੇ ਹਾਂ। ਹੁਣ ਸੋਲਿਡ ਜ਼ਿਆਦਾ ਹੋਵੇ, ਲਿਕੁਇਡ ਘੱਟ ਹੋਵੇ, ਚਲੋ ਤੁਸੀਂ ਸੋਚੋ, ਦਿਮਾਗ 'ਚ ਆਉਂਦਾ ਕੁਛ, ਸੋਚ ਕੇ ਦੇਖੋਗੇ ਤਾਂ ਜ਼ਰੂਰ ਆਉਣਾ ਚਾਹੀਦਾ। ਜਿਹੜਾ ਤੁਸੀਂ ਮੱਖਣ ਖਾਂਦੇ, ਬਟਰ ਖਾਂਦੇ ਆ, ਤਾਂ ਸੋਲਿਡ ਜ਼ਿਆਦਾ ਹੁੰਦਾ, ਚਿਕਨਾਈ ਉਹਦੇ 'ਚ ਕੀ ਹੁੰਦੀ ਹੈ, ਥੋੜ੍ਹਾ ਗਿੱਲਾਪਨ ਵੀ ਹੁੰਦਾ ਨਾ, ਉਹ ਘੱਟ ਹੁੰਦਾ, ਤਾਂ ਉਹ ਐਗਜ਼ਾਮਪਲ ਆ ਸਕਦੀ ਹੈ। ਬਟਰ ਖਾਂਦੇ ਆ, ਇਹ ਵਾਲੀ ਆ ਗਈ, ਠੀਕ ਹੈ। ਤੁਸੀਂ ਦਹੀਂ ਦੀ ਐਗਜ਼ਾਮਪਲ ਲੈ ਸਕਦੇ ਆ, ਕਰਡ ਹੋ ਗਿਆ, ਜਾਂ ਆਪਾਂ ਕਰੀਮ ਜਿਹੜੀ ਆ ਫੇਸ 'ਤੇ ਲਗਾਉਂਦੇ ਆ, ਉਹਦੇ ਵਿੱਚ ਵੀ ਇਹ ਹੁੰਦਾ, ਸੋਲਿਡ ਜ਼ਿਆਦਾ ਹੁੰਦਾ, ਥੋੜ੍ਹਾ ਜਿਹਾ ਉਹਦੇ ਵਿੱਚ ਲਿਕੁਇਡ ਮਿਕਸ ਹੁੰਦਾ ਆ। ਸੋ ਇਹ ਐਗਜ਼ਾਮਪਲਸ ਆਪਾਂ ਇੱਥੇ ਲੈ ਸਕਦੇ ਹਾਂ। ਜੈਲੀਜ਼ ਦੀ ਲੈ ਸਕਦੇ ਹਾਂ। ਇਸੇ ਤਰ੍ਹਾਂ ਸੋਲਿਡ 'ਚ ਆਪਾਂ ਗੈਸ ਵੀ ਦੇਖ ਸਕਦੇ ਹਾਂ। ਹੁਣ ਜਿੱਦਾਂ ਸਪੰਜ ਹੁੰਦੀ ਹੈ, ਫੋਮ ਹੁੰਦੀ ਹੈ, ਉਹ ਤੁਸੀਂ ਚੈੱਕ ਕਰੋਗੇ, ਉਹ 'ਚ ਉਹਨੂੰ ਤੁਸੀਂ ਪਕੜੋਗੇ ਨਾ, 'ਚ ਹਵਾ ਭਰੀ ਹੁੰਦੀ ਹੈ। ਹੁਣ ਜਿੱਦਾਂ ਸੋਫੇ ਦੇ ਵਿੱਚ ਵੀ ਫੋਮ ਹੁੰਦੀ ਹੈ, ਜਦੋਂ ਅਸੀਂ ਬੈਠਦੇ ਹਾਂ ਤਾਂ ਨੀਚੇ ਦਬ ਜਾਂਦਾ, ਉੱਠਦੇ ਹਾਂ ਤਾਂ ਫਿਰ ਉਹ ਉੱਦਾਂ ਹੀ ਹੋ ਜਾਂਦਾ। ਸੋ ਇਹਦੇ 'ਚ ਸੋਲਿਡ ਜ਼ਿਆਦਾ ਅਤੇ ਹਵਾ ਕੀ ਹੁੰਦੀ ਰਾਜੇ, ਘੱਟ। ਸੋ ਆਪਾਂ ਨੂੰ ਆਈਡੀਆ ਹੋਣਾ ਚਾਹੀਦਾ ਹੈ ਕਿ ਸੋਲਵੈਂਟ ਕਿਹੜਾ ਆ, ਉਹਦੇ 'ਚ ਸੋਲਿਊਟ ਆਪਾਂ ਤਿੰਨੋਂ ਤਰ੍ਹਾਂ ਦੇ ਪਾ ਕੇ ਡਿਫਰੈਂਟ ਟਾਈਪ ਦੇ ਸੋਲਿਊਸ਼ਨਸ ਤਿਆਰ ਕਰ ਸਕਦੇ ਹਾਂ। ਸੋ ਹੁਣ ਮੇਨਲੀ ਆਪਾਂ ਜਿਹੜੇ ਪੜ੍ਹੇ ਰਾਜੇ, ਤਿੰਨ ਤਰ੍ਹਾਂ ਦੇ ਸੋਲਿਊਸ਼ਨ ਪੜ੍ਹੇ, ਗੈਸ਼ੀਅਸ ਸੋਲਿਊਸ਼ਨਸ ਵੀ ਪੜ੍ਹੇ, ਉਸ ਤੋਂ ਬਾਅਦ ਲਿਕੁਇਡ ਸੋਲਿਊਸ਼ਨਸ ਵੀ ਹੋ ਗਏ, ਉਸ ਤੋਂ ਬਾਅਦ ਕਿਹੜੇ ਹੋ ਗਏ, ਸੋਲਿਡ ਸੋਲਿਊਸ਼ਨ। ਸੋ ਤਿੰਨ ਤਰ੍ਹਾਂ ਦੀਆਂ ਸੋਲਿਊਸ਼ਨਸ ਔਰ ਇਹਦੀਆਂ ਡਿਫਰੈਂਟ ਟਾਈਪ ਦੀਆਂ ਐਗਜ਼ਾਮਪਲਸ ਜਿਹੜੀਆਂ ਆਪਾਂ ਉਹ ਪੜ੍ਹ ਸਕਦੇ ਹਾਂ। ਔਰ ਜਿਹੜੀ ਆਪਣੀ ਬੁੱਕ ਯੂਜ਼ ਕਰਨੀ ਹੈ ਤੁਸੀਂ, NCERT ਦੀਆਂ ਤੁਹਾਨੂੰ ਸਕੂਲੋਂ ਮਿਲ ਹੀ ਗਈਆਂ, ਉਹ ਤਾਂ ਕਰਨੀਆਂ। ਇਹਦੇ ਨਾਲ ਤੁਸੀਂ +1 ਦੇ ਵਿੱਚ ਵੀ ਮਾਡਰਨ ਦੀ ਬੁੱਕ ਫੋਲੋ ਕੀਤੀ ਹੈ, ਤਾਂ ਤੁਸੀਂ ਇਹ ਵੀ +2 ਦੇ ਵਿੱਚ ਜਿਹੜੀ ਹੈ ਕੰਟੀਨਿਊ ਕਰ ਸਕਦੇ ਆ। ਇਹਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਪੜ੍ਹਨਾ ਜਿਹੜਾ ਈਜ਼ੀ ਹੋ ਜਾਏਗਾ, ਠੀਕ ਹੈ। ਸੋ ਇਸ ਤੋਂ ਇਲਾਵਾ ਸੋਲਿਊਸ਼ਨ ਨੂੰ ਆਪਾਂ ਦੋ ਹੋਰ ਵੀ ਤਰ੍ਹਾਂ ਗਿਣ ਸਕਦੇ ਹਾਂ। ਇੱਕ ਨੂੰ ਅਸੀਂ ਐਕੁਅਸ ਸੋਲਿਊਸ਼ਨ ਕਹਿੰਦੇ ਹਾਂ, ਇੱਕ ਨੂੰ ਨੋਨ ਐਕੁਅਸ ਵੀ ਕਹਿ ਦਿੰਦੇ ਹਾਂ। ਐਕੁਅਸ ਵਰਡ ਮੈਂ ਤੁਹਾਨੂੰ +1 'ਚ ਵੀ ਦੱਸਿਆ ਕਿ ਵਾਟਰ ਦੇ ਨਾਲ ਰਿਲੇਟਿਡ ਹੁੰਦਾ। ਜਦੋਂ ਸਾਡਾ ਸੋਲਵੈਂਟ ਪਾਣੀ ਹੋਏਗਾ, ਯਾਨੀ ਜਦੋਂ ਵੀ ਅਸੀਂ ਕੋਈ ਸੋਲਿਊਸ਼ਨ ਪਾਣੀ 'ਚ ਤਿਆਰ ਕਰਦੇ ਹਾਂ, ਉਹਨੂੰ ਅਸੀਂ ਬੋਲਦੇ ਹਾਂ ਐਕੁਅਸ ਸੋਲਿਊਸ਼ਨ। ਔਰ ਜਦੋਂ ਅਸੀਂ ਬਿਨਾਂ ਪਾਣੀ ਦੇ ਕੋਈ ਹੋਰ ਸੋਲਵੈਂਟ ਲੈ ਕੇ ਉਹ 'ਚ ਚੀਜ਼ ਘੋਲਦੇ ਹਾਂ, ਤਾਂ ਉਹਨੂੰ ਅਸੀਂ ਬੋਲਦੇ ਹਾਂ ਨੋਨ ਐਕੁਅਸ ਸੋਲਿਊਸ਼ਨ। ਇਹ ਤਾਂ ਸੀਗਾ ਸੋਲਿਊਸ਼ਨ ਦੀਆਂ ਰਾਜੇ ਟਾਈਪਸ ਦੇ ਬਾਰੇ, ਠੀਕ ਹੈ। ਹੁਣ ਅਗਲੀ ਜਿਹੜੀ ਚੀਜ਼ ਸਾਨੂੰ ਪਤਾ ਲੱਗਣੀ ਚਾਹੀਦੀ ਹੈ ਸੋਲਿਊਸ਼ਨ ਦੀ, ਉਹ ਹੈ ਸੋਲਿਊਸ਼ਨ ਦੀ ਕੰਪੋਜੀਸ਼ਨ, ਜਾਂ ਅਸੀਂ ਉਹਨੂੰ ਵਰਡ ਯੂਜ਼ ਕਰਾਂਗੇ ਕੰਸਨਟ੍ਰੇਸ਼ਨ। ਹੁਣ ਕੰਸਨਟ੍ਰੇਸ਼ਨ ਵਰਡ ਕਿੱਦਾਂ ਆਇਆ?
ਕੰਸਨਟ੍ਰੇਸ਼ਨ ਨੂੰ ਪੰਜਾਬੀ 'ਚ ਅਸੀਂ ਬੋਲਦੇ ਹਾਂ ਗਾੜਾਪਨ। ਸੋਲੂਸ਼ਨ ਗਾੜੇ ਵੀ ਹੁੰਦੇ ਆ, ਸੋਲੂਸ਼ਨ ਪਤਲੇ ਵੀ ਹੁੰਦੇ ਆ, ਠੀਕ ਹੈ, ਡਾਇਲੂਟ ਵੀ ਹੁੰਦੇ ਆ ਔਰ ਕੰਸਨਟ੍ਰੇਟਿਡ ਵੀ ਹੁੰਦੇ ਆ। ਹੁਣੇ ਮੈਂ ਐਗਜ਼ਾਮਪਲ ਦਿੱਤੀ ਸੀ, ਮੰਨ ਲਓ ਮੈਂ ਇੱਕ ਗਲਾਸ ਦੇ ਵਿੱਚ 1 ਚਮਚ ਸ਼ੂਗਰ ਪਾਈ ਹੈ, ਠੀਕ ਹੈ, ਉਹ ਘੋਲ ਤਿਆਰ ਹੋ ਗਿਆ। ਫਿਰ ਮੈਂ 1 ਗਲਾਸ ਪਾਣੀ ਲਿਆ, ਪਰ ਉਹਦੇ ਵਿੱਚ ਮੈंने 10 ਚਮਚ ਸ਼ੂਗਰ ਪਾਤੀ ਹੈ। ਫਿਰ मैंने 1 ਗਲਾਸ ਪਾਣੀ ਲਿਆ, ਉਹ 'ਚ ਮੈंने ਜਿਹੜਾ ਸੀ 15 ਚਮਚ ਸ਼ੂਗਰ ਪਾਤੀ। ਹੁਣ ਤਿੰਨੋਂ ਸੋਲੂਸ਼ਨ ਦੀ ਘਣਤਾ ਜਿਹੜੀ ਆ, ਕੰਸਨਟ੍ਰੇਸ਼ਨ ਹੈ ਰਾਜੇ, ਉਹ ਕੀ ਹੋ ਜਾਏਗੀ, ਚੇਂਜ ਹੋ ਜਾਏਗੀ। ਇੱਕ ਸੋਲੂਸ਼ਨ ਦਾ ਜਿਹੜਾ ਪਤਲੇ ਤੇ ਪਤਲਾ ਲੱਗੇਗਾ ਆਪਾਂ ਨੂੰ, ਬਾਕੀ ਜਿਹੜੇ ਆ ਉਹਦੇ ਕੰਪੈਰੇਟਿਵਲੀ ਗਾੜੇ ਹੋ ਜਾਣਗੇ, ਔਰ ਜਿਹ 'ਚ ਸਭ ਤੋਂ ਜ਼ਿਆਦਾ ਸ਼ੂਗਰ ਪਾਈ ਸਭ ਤੋਂ ਗਾੜਾ ਸੋਲੂਸ਼ਨ ਤਿਆਰ ਹੋਏਗਾ ਔਰ ਉਹਦੇ ਗੁਣ ਜਿਹੜੇ ਆ ਚੇਂਜ ਹੋ ਜਾਂਦੇ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸੋਲੂਸ਼ਨ ਦੀ ਕੰਪੋਜੀਸ਼ਨ ਜਾਂ ਕੰਸਨਟ੍ਰੇਸ਼ਨ ਜਿਹੜੀ ਉਹ ਚੇਂਜ ਹੁੰਦੀ ਰਹਿੰਦੀ ਹੈ। ਉਸ ਕੰਸਨਟ੍ਰੇਸ਼ਨ ਨੂੰ ਅਸੀਂ ਜਿਹੜਾ ਹੈ ਨੋਟ ਕਰਨਾ ਹੁੰਦਾ ਹੈ। ਡਿਫਰੈਂਟ ਮੈਥਡਸ ਦੇ ਨਾਲ ਉਹਨੂੰ ਆਪਾਂ ਐਕਸਪ੍ਰੈਸ ਕਰ ਸਕਦੇ ਹਾਂ ਕੰਸਨਟ੍ਰੇਸ਼ਨ ਨੂੰ, ਅਤੇ ਆਪਾਂ ਉਹਨੂੰ ਮਾਪ ਸਕਦੇ ਹਾਂ। ਹੁਣ ਕੰਸਨਟ੍ਰੇਸ਼ਨ ਦੀ ਜਿਹੜਾ ਮਤਲਬ ਰਹੇਗਾ, ਆਪਾਂ ਉਹਨੂੰ ਇਹ ਡਿਫਾਈਨ ਕਰ ਸਕਦੇ ਹਾਂ, ਕਿਸੇ ਵੀ ਸੋਲੂਸ਼ਨ ਦੀ ਕੰਸਨਟ੍ਰੇਸ਼ਨ ਦਾ ਮਤਲਬ ਹੋਏਗਾ ਕਿ ਕਿੰਨਾ ਅਮਾਊਂਟ ਆਫ ਸੋਲਿਊਟ ਆ ਜਿਹੜਾ ਪ੍ਰੈਜ਼ੈਂਟ ਹੈ ਇਨ ਦ ਗਿਵਨ ਕੁਆਂਟਿਟੀ ਆਫ ਸੋਲੂਸ਼ਨ। ਆਪਾਂ ਕੁਆਂਟਿਟੀ ਸੋਲੂਸ਼ਨ ਦੀ ਫਿਕਸ ਕਰ ਲਾਂਗੇ। ਮੰਨ ਲਓ ਮੈਂ ਫਿਕਸ ਕਰ ਦਿੱਤੀ ਕਿ ਮੈਂ ਸਿਰਫ 1 ਗਲਾਸ ਪਾਣੀ ਲੈਣਾ, ਠੀਕ ਹੈ। ਫਿਰ ਉਸ ਤੋਂ ਬਾਅਦ ਮੈਂ ਇਹ ਚੈੱਕ ਕਰਨਾ ਕਿ ਮੈਂ ਸੋਲਿਊਟ ਕਿੰਨਾ ਕਿੰਨਾ ਪਾ ਰਹੀ ਹਾਂ। ਹੋ ਸਕਦਾ ਮੈਂ 1 ਗਲਾਸ ਦੇ ਵਿੱਚ ਅੱਧਾ ਚਮਚ ਨਮਕ ਪਾਇਆ, ਫਿਰ ਮੈਂ 1 ਗਲਾਸ 'ਚ 4 ਚਮਚ ਨਮਕ ਪਾਤੇ, ਫਿਰ ਮੈਂ ਉਸੇ 1 ਗਲਾਸ ਦੇ ਵਿੱਚ 10 ਚਮਚ ਨਮਕ ਪਾਤੇ, ਤਾਂ ਤਿੰਨੇ ਸੋਲੂਸ਼ਨ ਦੀ ਕੰਸਨਟ੍ਰੇਸ਼ਨ ਕੀ ਹੋ ਗਈ ਰਾਜੇ, ਚੇਂਜ। ਤਿੰਨਾਂ 'ਚ ਕੀ ਚੇਂਜ ਹੋ ਗਿਆ, ਅਮਾਊਂਟ ਆਫ ਸੋਲਿਊਟ ਚੇਂਜ ਕਰਤਾ ਮੈਂ, ਕਿਸੇ 'ਚ ਘੱਟ ਪਾ ਲਿਆ, ਕਿਸੇ 'ਚ ਜ਼ਿਆਦਾ ਪਾ ਲਿਆ। ਇਸ ਤਰ੍ਹਾਂ ਜਿਹੜੀ ਹੈ ਕੰਸਨਟ੍ਰੇਸ਼ਨ ਸੋਲੂਸ਼ਨ ਦੀ ਜਿਹੜੀ ਉਹ ਬਦਲਦੀ ਜਾਂਦੀ ਹੈ। ਕੋਈ ਸੋਲੂਸ਼ਨ ਗਾੜਾ ਬਣਨ ਲੱਗ ਜਾਂਦਾ, ਕੋਈ ਡਾਇਲੂਟ ਹੋ ਜਾਂਦਾ। ਸੋ ਥੀਸ ਆਰ ਦ ਡਿਫਰੈਂਟ ਮੈਥਡਸ। ਆਪਾਂ ਆਪਣੇ ਕੋਲ ਡਿਫਰੈਂਟ ਮੈਥਡ ਹੈਗੇ ਆ ਜਿਹਦੇ ਨਾਲ ਆਪਾਂ ਕੰਸਨਟ੍ਰੇਸ਼ਨ ਨੂੰ ਜਿਹੜਾ ਹੈ ਐਕਸਪ੍ਰੈਸ ਕਰ ਸਕਦੇ ਹਾਂ, ਦਿਖਾ ਸਕਦੇ ਹਾਂ ਕਿ ਕੰਸਨਟ੍ਰੇਸ਼ਨ ਜਿਹੜੀ ਆਪਾਂ ਨੋਟ ਕਰ ਸਕਦੇ ਹਾਂ, ਠੀਕ ਹੈ। ਫੋਰ ਐਗਜ਼ਾਮਪਲ ਹੁਣ ਆਪਾਂ ਜਿੱਦਾਂ ਫਸਟ ਮੈਥਡ ਜਿਹੜਾ ਹੈਗਾ ਉਹ ਕਰਕੇ ਦੇਖਾਂਗੇ। ਫਸਟ ਮੈਥਡ ਸਾਡੇ ਕੋਲ ਜਿਹੜਾ ਹੈਗਾ ਉਹ ਹੈ ਮਾਸ ਪਰਸੈਂਟੇਜ। ਇਹ ਰਾਜੇ ਆਪਾਂ +1 ਦੇ ਵਿੱਚ ਵੀ ਉੱਦਾਂ ਮੈਥਡਸ ਜਿਹੜੇ ਹੈਗੇ ਕੀਤੇ ਹੋਏ ਆ। ਆਪਣੀ ਕਹਿ ਲਓ ਕਿ +2 ਦੇ ਵਿੱਚ ਇਹ ਰੈਪੀਟੀਸ਼ਨ ਹੀ ਹੋਏਗੀ ਕਿ ਆਪਾਂ ਉਹ ਮੈਥਡਸ ਨੂੰ ਇੱਕ ਵਾਰੀ ਦੁਬਾਰਾ ਸਟੱਡੀ ਕਰਨਾ ਹੈ, ਠੀਕ ਹੈ ਰਾਜੇ। ਹੁਣ ਮੈਂ ਨਾਮ ਲਊਂਗੀ ਤਾਂ ਤੁਸੀਂ ਕਹੋਗੇ ਇਹ ਮੈਥਡ ਤਾਂ ਆਪਾਂ ਨੇ ਪਹਿਲਾਂ ਪੜ੍ਹੇ ਹੋਏ ਆ, ਹੈ ਨਾ। ਉਹਦੇ ਵਿੱਚੋਂ ਹੀ ਕੁਝ ਮੈਥਡ ਜਿਹੜੇ ਆਪਾਂ ਅੱਜ ਜਿਹੜੇ ਆ ਉਹ ਕਰਾਂਗੇ, ਠੀਕ ਹੈ। ਸੋ ਫਸਟ ਜਿਹੜਾ ਮੈਥਡ ਹੈ ਕੰਸਨਟ੍ਰੇਸ਼ਨ ਨੂੰ ਐਕਸਪ੍ਰੈਸ ਕਰਨ ਦਾ, ਦੈਟ ਇਜ਼ ਮਾਸ ਪਰਸੈਂਟੇਜ। ਹੁਣ ਤੁਹਾਨੂੰ ਯਾਦ ਹੋ ਗਿਆ ਹੋਣਾ ਕਿ ਆਪਾਂ ਮਾਸ ਪਰਸੈਂਟੇਜ ਜਿਹੜੀ ਆ ਇਹ ਮੈਥਡ ਪੜ੍ਹਿਆ ਹੋਇਆ ਆ, ਠੀਕ ਹੈ। ਮਾਸ ਪਰਸੈਂਟੇਜ ਕਿਸੇ ਕੰਪੋਨੈਂਟ ਦੀ ਅਸੀਂ ਕਿੱਦਾਂ ਫਾਈਂਡ ਆਊਟ ਕਰਾਂਗੇ। ਮਾਸ ਪਰਸੈਂਟੇਜ ਜਿਹੜੀ ਹੋਏਗੀ ਕਿਸੇ ਵੀ ਕੰਪੋਨੈਂਟ ਦੀ ਇਨ ਅ ਗਿਵਨ ਸੋਲੂਸ਼ਨ, ਇਟ ਇਜ਼ ਦ ਮਾਸ ਆਫ ਕੰਪੋਨੈਂਟ। ਉਸ ਕੰਪੋਨੈਂਟ ਦਾ ਮਾਸ ਹੋਏਗਾ ਪਰ 100 ਗ੍ਰਾਮ ਆਫ ਸੋਲੂਸ਼ਨ ਦੇ ਵਿੱਚ। ਕਿੱਦਾਂ ਕਹਿਣ ਦਾ ਮਤਲਬ ਹੋਇਆ ਕਿ ਜੇ ਮੈਂ ਮਾਸ ਪਰਸੈਂਟੇਜ ਕਿਸੇ ਕੰਪੋਨੈਂਟ ਦੀ ਕੱਢਣੀ ਆ ਤਾਂ ਉੱਪਰ ਮੈਂ ਕੀ ਲਿਖੂੰਗੀ, ਮਾਸ ਆਫ ਕੰਪੋਨੈਂਟ, ਉਸ ਕੰਪੋਨੈਂਟ ਦਾ ਕਿੰਨਾ ਮਾਸ ਹੈ, ਡਿਵਾਈਡਡ ਬਾਈ ਮਾਸ ਆਫ ਕੀ ਲਊਂਗੀ, ਟੋਟਲ ਮਾਸ ਲਊਂਗੀ। ਟੋਟਲ ਮਾਸ ਕਾਹਦਾ ਹੋਏਗਾ, ਆਫ ਸੋਲੂਸ਼ਨ। ਮਲਟੀਪਲਾਈ ਕਿੰਨੇ ਨਾਲ ਕਰੂੰਗੀ ਮੈਂ, 100 ਦੇ ਨਾਲ, ਕਿਉਂਕਿ ਮੈਨੂੰ ਕਿੰਨੇ ਦੇ ਵਿੱਚ ਚਾਹੀਦਾ ਹੈ, 100 ਗ੍ਰਾਮ ਦੇ ਵਿੱਚ ਚਾਹੀਦਾ। ਸੋ ਡੈਫੀਨੇਸ਼ਨ ਬਣੇਗੀ ਮਾਸ ਪਰਸੈਂਟੇਜ ਆਫ ਏ ਸੋਲੂਸ਼ਨ ਦੀ, ਆਫ ਕੰਪੋਨੈਂਟ ਆਫ ਏ ਸੋਲੂਸ਼ਨ, ਇਟ ਇਜ਼ ਦਾ ਮਾਸ ਆਫ ਕੰਪੋਨੈਂਟ ਹੋਏਗਾ। ਜਿਹੜਾ ਮਾਸ ਆਫ ਕੰਪੋਨੈਂਟ ਜਿਹੜਾ ਡਿਜ਼ੋਲਵ ਹੋਏਗਾ ਪਰ 100 ਗ੍ਰਾਮਸ ਦੇ ਵਿੱਚ ਆਫ ਮਾਸ ਆਫ ਸੋਲੂਸ਼ਨ, ਯਾਨੀ 100 ਦੇ ਹਿਸਾਬ 'ਤੇ ਆਪਾਂ ਉਹਦੇ ਮਾਸ ਦੇ ਵਿੱਚ ਉਹਨੂੰ ਕੱਢ ਕੇ ਪਰਸੈਂਟੇਜ ਕਾਊਂਟ ਕਰਨੀ ਹੈ। ਹੁਣ ਤੁਸੀਂ ਕਹੋਗੇ ਕਿੱਦਾਂ ਬਣਿਆ, ਇੱਦਾਂ ਬਣਿਆ ਰਾਜੇ। ਮਾਸ ਆਫ ਕੰਪੋਨੈਂਟ ਤੁਹਾਡਾ ਕੀ ਹੋਏਗਾ, ਸੋਲਿਊਟ ਹੋਏਗਾ, ਠੀਕ ਹੈ। ਉਹਨੂੰ ਤੁਸੀਂ ਕਾਹਦੇ 'ਚ ਪਾਇਆ, ਸੋਲਵੈਂਟ ਦੇ ਵਿੱਚ ਘੋਲ ਲਿਆ ਅਤੇ ਕੀ ਤਿਆਰ ਹੋ ਗਿਆ, ਸੋਲੂਸ਼ਨ ਤਿਆਰ ਹੋ ਗਿਆ। ਨੀਚੇ ਤੁਸੀਂ ਟੋਟਲ ਮਾਸ ਕਿਹਦਾ ਲਓਗੇ, ਸੋਲੂਸ਼ਨ ਦਾ। ਹੁਣ ਸੋਲੂਸ਼ਨ ਦੀ ਜਦੋਂ ਵੀ ਮੈਂ ਗੱਲ ਕਰੂੰਗੀ ਨਾ, ਤੁਹਾਡੇ ਦਿਮਾਗ 'ਚ ਆਉਣਾ ਚਾਹੀਦਾ ਸੋਲੂਸ਼ਨ ਇਕੱਲੀ ਕੋਈ ਚੀਜ਼ ਨਹੀਂ ਹੈ। ਸੋਲੂਸ਼ਨ ਦੇ ਵਿੱਚ 2 ਚੀਜ਼ਾਂ ਆਉਂਦੀਆਂ, ਇੱਕ ਸੋਲਿਊਟ ਆਉਂਦਾ ਅਤੇ ਦੂਜਾ ਕੀ ਆਉਂਦਾ, ਸੋਲਵੈਂਟ। ਸੋ ਇੱਥੇ ਮਾਸ ਆਫ ਸੋਲੂਸ਼ਨ ਦਾ ਮਤਲਬ ਹੋਏਗਾ ਇਹਦੇ ਵਿੱਚ ਮਾਸ ਆਫ ਸੋਲਿਊਟ ਪਲੱਸ ਮਾਸ ਆਫ ਸੋਲਵੈਂਟ ਕੀ ਕਰ ਦਿੱਤਾ ਗਿਆ ਆ, ਐਡ ਕਰ ਦਿੱਤਾ ਗਿਆ ਆ, ਠੀਕ ਹੈ। ਉਹ ਕੀ ਬਣ ਜਾਊਗਾ, ਟੋਟਲ ਮਾਸ। ਹੁਣ ਮੈਂ ਇੱਕ ਐਗਜ਼ਾਮਪਲ ਰਾਹੀਂ ਤੁਹਾਨੂੰ ਦੱਸਦੀ ਹਾਂ। ਮੰਨ ਲਓ ਮੈਂ ਕਿਹਾ ਕਿ 10% ਸੋਲੂਸ਼ਨ ਜਿਹੜਾ ਹੈਗਾ ਆਫ NaCl, ਆਪਣੇ ਕੋਲ ਜਿਹੜਾ 10% ਸੋਲੂਸ਼ਨ ਹੈ ਸੋਡੀਅਮ ਕਲੋਰਾਈਡ ਦਾ। ਇਹਦਾ ਕੀ ਮਤਲਬ ਹੈ, ਇਹਦਾ ਮਤਲਬ ਇਹ ਹੈਗਾ ਕਿ 10% ਦਾ ਮਤਲਬ, ਪਰਸੈਂਟ ਦਾ ਮਤਲਬ ਕੀ ਹੁੰਦਾ, 100 ਹੁੰਦਾ। ਸਾਰਿਆਂ ਨੂੰ ਪਤਾ ਹੈ ਕਿ ਟੋਟਲ ਸੋਲੂਸ਼ਨ ਕਿੰਨਾ ਬਣਿਆ ਹੋਇਆ ਹੈ, 100 ਗ੍ਰਾਮ, ਜਿਹਦੇ ਵਿੱਚ NaCl ਕਿੰਨਾ ਘੋਲਿਆ ਆਪਾਂ ਨੇ, 10% ਮਤਲਬ 10 ਗ੍ਰਾਮ। ਸਾਰੀਆਂ ਚੀਜ਼ਾਂ ਆਪਾਂ ਨੂੰ ਕਲੀਅਰ ਹੋ ਜਾਣਗੀਆਂ, ਠੀਕ ਹੈ। 10 ਗ੍ਰਾਮ ਆਪਣੇ ਕੋਲ ਕੀ ਹੈ, ਸੋਡੀਅਮ ਕਲੋਰਾਈਡ। ਸੋ ਮਾਸ ਆਫ ਕੰਪੋਨੈਂਟ ਕੀ ਹੋ ਗਿਆ, ਸੋਡੀਅਮ ਕਲੋਰਾਈਡ। ਉਹਦਾ ਮਾਸ ਕਿੰਨਾ ਹੋ ਗਿਆ, 10% ਦਾ ਮਤਲਬ 10 ਗ੍ਰਾਮ ਹੋ ਗਿਆ। ਸੋ 10 ਆਪਣਾ ਉੱਪਰ ਆ ਗਿਆ, ਠੀਕ ਹੈ ਨਾ ਜੀ। ਡਿਵਾਈਡਡ ਬਾਈ ਟੋਟਲ ਮਾਸ ਆਫ ਸੋਲੂਸ਼ਨ, ਟੋਟਲ ਮਾਸ ਕਿੰਨਾ ਨਜ਼ਰ ਆ ਰਿਹਾ ਤੁਹਾਨੂੰ, 100। 100 ਦੇ ਵਿੱਚ ਵੀ ਤੁਹਾਨੂੰ ਕਲੈਰਿਟੀ ਹੋਣੀ ਚਾਹੀਦੀ ਹੈ ਕਿ 10 ਤਾਂ NaCl ਹੈ,
ਤਾਂ ਪਾਣੀ ਕਿੰਨਾ ਲਿਆ ਆਪਾਂ ਨੇ 90 ਲਿਆ ਆ 90 ਪਾਣੀ ਦੇ ਵਿੱਚ 10 ਗ੍ਰਾਮ ਜਿਹੜਾ ਸੋਡੀਅਮ ਕਲੋਰਾਈਡ ਪਾਇਆ ਫਿਰ ਟੋਟਲ ਕਿੰਨਾ ਬਣ ਗਿਆ 100 ਬਣ ਗਿਆ। ਸੋ ਨੀਚੇ ਕੀ ਆ ਗਿਆ ਮਾਸ ਆਫ ਆਪਣੇ ਕੋਲ ਕਾਹਦਾ ਆ ਗਿਆ ਸੋਲੂਸ਼ਨ। ਉਹ ਧਿਆਨ 'ਚ ਰੱਖਣਾ ਸੋਲੂਸ਼ਨ ਦੇ ਵਿੱਚ ਆਪਾਂ ਸੋਲਿਊਟ ਪਲੱਸ ਸੋਲਵੈਂਟ ਪਾਇਆ ਯਾਨੀ 10 ਗ੍ਰਾਮ ਆਪਣੇ ਕੋਲ ਕੀ ਹੋ ਗਿਆ NaCl 90 ਗ੍ਰਾਮ ਆਪਾਂ ਵਿੱਚ ਕੀ ਪਾ ਲਿਆ ਪਾਣੀ। ਟੋਟਲ ਕਿੰਨਾ ਰਜੇ ਬਣ ਜਾਣਾ ਚਾਹੀਦਾ 100। ਇਹਨੂੰ ਗੁਣਾ ਵੀ ਕਿੰਨੇ ਨਾਲ ਕਰ ਦਿਓ 100 ਦੇ ਨਾਲ ਕੱਟ ਗਿਆ ਤਾਂ ਕਿੰਨੇ % ਸੋਲੂਸ਼ਨ ਤਿਆਰ ਹੋ ਗਿਆ 10%। ਸੋ 10% ਸੋਲੂਸ਼ਨ ਦਾ ਮਤਲਬ ਕਿ ਇਹਦੀ ਪਰਸੈਂਟੇਜ ਨਿਕਲ ਆਈ ਆਪਣੇ ਕੋਲ 10% ਸੋਲੂਸ਼ਨ ਤਿਆਰ ਹੋ ਗਿਆ। ਅਗਰ ਅਸੀਂ 10 ਗ੍ਰਾਮ ਨੂੰ 90 ਗ੍ਰਾਮ ਪਾਣੀ 'ਚ ਡਿਸੋਲਵ ਕਰਦੇ ਹਾਂ ਤਾਂ ਮਾਸ ਪਰਸੈਂਟੇਜ ਕਿੰਨੀ ਆਉਂਦੀ ਹੈ 10%। ਸੋ ਇਹ ਮੈਥਡ ਹੈ ਆਪਾਂ ਨੂੰ ਮਾਸ ਪਰਸੈਂਟੇਜ ਕੈਲਕੂਲੇਟ ਕਰਨ ਦਾ। ਉੱਪਰ ਆਪਾਂ ਮਾਸ ਕੰਪੋਨੈਂਟ ਦਾ ਲਈਦਾ ਥੱਲੇ ਟੋਟਲ ਮਾਸ ਲਈਦਾ ਗੁਣਾ ਕਿੰਨੇ ਨਾਲ ਕਰ ਦੇਣੀ ਹੈ 100 ਦੇ ਨਾਲ। ਇਸੇ ਸੇਮ ਮੈਥਡ ਦੇ ਨਾਲ ਜਿੱਥੇ ਆਪਾਂ ਮਾਸ ਲਿਆ ਆਪਾਂ ਦੂਸਰੀ ਚੀਜ਼ ਕੀ ਲੈ ਸਕਦੇ ਹਾਂ ਰਜੇ ਵੋਲਿਊਮ ਪਰਸੈਂਟੇਜ। ਤਾਂ ਮਾਸ ਦੀ ਜਗ੍ਹਾ 'ਤੇ ਆਪਾਂ ਕੀ ਲੈ ਸਕਦੇ ਹਾਂ ਵੋਲਿਊਮ ਵੀ ਲੈ ਸਕਦੇ ਹਾਂ। ਹੁਣ ਕਈ ਚੀਜ਼ਾਂ ਆਪਾਂ ਨੂੰ ਜਿਹੜੀਆਂ ਗ੍ਰਾਮ ਦੀ ਬਜਾਏ ਮਿਲੀਲੀਟਰ 'ਚ ਮਾਪਣੀਆਂ ਪੈਂਦੀਆਂ ਉਸ ਵਕਤ ਅਸੀਂ ਵੋਲਿਊਮ ਹੀ ਯੂਜ਼ ਕਰਾਂਗੇ ਹੈ ਨਾ। ਮੈਥਡ ਸੇਮ ਰਹੇਗਾ ਡੈਫੀਨੇਸ਼ਨ ਸੇਮ ਰਹੇਗੀ ਡਿਫਾਈਨ ਸੇਮ ਕਰਾਂਗੇ ਆਪਾਂ ਕਿ ਵੋਲਿਊਮ ਪਰਸੈਂਟੇਜ ਨੂੰ ਵੀ ਇੱਦਾਂ ਹੀ ਡਿਫਾਈਨ ਕਰਾਂਗੇ ਇਟ ਇਜ਼ ਦਾ ਵੋਲਿਊਮ ਆਫ ਕੰਪੋਨੈਂਟ ਪਰ 100 ਪਾਰਟਸ ਬਾਈ ਵੋਲਿਊਮ ਆਫ ਸੋਲਿਊਸ਼ਨ। ਸੇਮ ਮੈਥਡ ਦੇ ਨਾਲ 100 ਦੇ ਵਿੱਚ ਹੀ ਆਪਾਂ ਉਹਨੂੰ ਕੈਲਕੂਲੇਟ ਕਰਨਾ। ਉੱਪਰ ਆਪਣੇ ਕੋਲ ਮਾਸ ਦੀ ਜਗ੍ਹਾ ਰਜੇ ਕੀ ਆ ਜਾਏਗਾ ਚੇਂਜ ਹੋ ਕੇ ਵੋਲਿਊਮ। ਇੱਥੇ ਵੋਲਿਊਮ ਆਫ ਕੰਪੋਨੈਂਟ ਹੋਏਗਾ ਟੋਟਲ ਮਾਸ ਦੀ ਜਗ੍ਹਾ ਵੀ ਕੀ ਆ ਜਾਏਗਾ ਟੋਟਲ ਵੋਲਿਊਮ ਆਫ ਸੋਲਿਊਸ਼ਨ ਗੁਣਾ ਕੀ ਹੋ ਜਾਏਗੀ 100। ਸੋ ਸੇਮ ਮੈਥਡ ਦੇ ਨਾਲ ਆਪਾਂ ਵੋਲਿਊਮ ਦੀ ਫਾਰਮ 'ਚ ਵੀ ਕੈਲਕੂਲੇਟ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਮੈਂ 10% ਸੋਲਿਊਸ਼ਨ ਲੈ ਲਿਆ ਇਥੇਨੋਲ ਦਾ ਤਾਂ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਹੁਣ 10 ਗ੍ਰਾਮ ਦੀ ਬਜਾਏ ਆਪਾਂ ਕੀ ਬੋਲਾਂਗੇ ਕਿ 10 ml ਜਿਹੜਾ ਸੀਗਾ ਇਥੇਨੋਲ ਹੈ ਜਿਹੜੀ ਉਹ 90 ml ਮਿਲੀਲੀਟਰ ਦੇ ਵਿੱਚ ਆਪਾਂ ਲੈਣਾ ਵੋਲਿਊਮ ਨੂੰ 90 ml ਪਾਣੀ ਦੇ ਵਿੱਚ ਘੋਲੀ ਗਈ ਆ। ਅਤੇ ਫਿਰ ਜਦੋਂ ਆਪਾਂ ਕੱਢ ਕੇ ਦੇਖਾਂਗੇ ਸੇਮ ਮੈਥਡ ਦੇ ਨਾਲ 10/100 10 ਜਿਹੜਾ ਹੋ ਗਿਆ ਇਥੇਨੋਲ ਹੋ ਗਿਆ ਆਪਣੇ ਕੋਲ ਹੈ ਨਾ 10% ਦਾ ਮਤਲਬ ਡਿਵਾਈਡਡ ਬਾਈ ਟੋਟਲ ਵੋਲਿਊਮ ਕਿੰਨਾ ਹੋ ਗਿਆ 100 ਗੁਣਾ 100 ਅਗੇਨ ਆਨਸਰ ਕਿੰਨਾ ਹੋ ਗਿਆ 10%। ਸੋ ਇਸ ਤਰੀਕੇ ਦੇ ਨਾਲ ਆਪਾਂ ਵੋਲਿਊਮ ਵੀ ਯੂਜ਼ ਕਰ ਸਕਦੇ ਹਾਂ ਜਾਂ ਮਾਸ ਵੀ ਯੂਜ਼ ਕਰਕੇ ਜਿਹੜੀ ਪਰਸੈਂਟੇਜ ਆ ਉਹ ਕੈਲਕੂਲੇਟ ਕਰ ਸਕਦੇ ਹਾਂ। ਇੱਕ ਹੋਰ ਮੈਥਡ ਹੁੰਦਾ ਸਾਡੇ ਕੋਲ ਹੈ ਨਾ ਪਾਰਟਸ ਪਰ ਮਿਲੀਅਨ ਵੀ ਹੁੰਦਾ ਆ। ਪਾਰਟਸ ਪਰ ਮਿਲੀਅਨ ਦੇ ਵਿੱਚ ਇਹ ਹੁੰਦਾ ਕਿ ਬਹੁਤ ਥੋੜ੍ਹਾ ਜਦੋਂ ਆਪਣੇ ਕੋਲ ਸੋਲਿਊਟ ਆ ਜਿਹੜਾ ਕਾਫੀ ਜ਼ਿਆਦਾ ਸੋਲਵੈਂਟ 'ਚ ਆਪਾਂ ਬਹੁਤ ਥੋੜ੍ਹਾ ਸੋਲਿਊਟ ਘੋਲਦੇ ਆ ਨਾ ਉਸ ਵਕਤ ਆਪਾਂ ਨੂੰ ਇਹ ਯੂਨਿਟ ਦੀ ਜਾਂ ਇਸ ਮੈਥਡ ਦੀ ਲੋੜ ਪੈਂਦੀ ਹੈ ਕਿ ਪਾਰਟਸ ਪਰ ਮਿਲੀਅਨ ਕੀ ਹੁੰਦੇ ਆ ਮਿਲੀਅਨ ਕੁਆਂਟਿਟੀ ਦੇ ਵਿੱਚ ਯਾਨੀ ਆਪਣੇ ਕੋਲ ਸੋਲਿਊਸ਼ਨ ਦੇ ਵਿੱਚ ਜਿੱਥੇ ਆਪਾਂ 100 ਦੇ ਨਾਲ ਕੱਢ ਰਹੇ ਹਾਂ ਪਰਸੈਂਟੇਜ ਇੱਥੇ ਮਿਲੀਅਨ ਦੇ ਅਕੋਰਡਿੰਗ ਕੱਢਾਂਗੇ ਮਿਲੀਅਨ ਯਾਨੀ ਕਿ 10 ਦੀ ਪਾਵਰ ਕਿੰਨੀਆਂ ਜ਼ੀਰੋ ਹੋ ਜਾਂਦੀਆਂ 6 ਹੋ ਜਾਂਦੇ ਆ। ਸੋ ਉਹਦੇ ਵਿੱਚ ਕਿੰਨਾ ਮਾਸ ਹੋਏਗਾ। ਸੋ ਸੇਮ ਮੈਥਡ ਆਪਾਂ ਇੱਥੇ ਵੀ ਅਪਲਾਈ ਕਰ ਸਕਦੇ ਹਾਂ। ਅਗਰ ਪਾਰਟਸ ਪਰ ਮਿਲੀਅਨ ਦੀ ਫਾਰਮ 'ਚ ਆਪਾਂ ਕੈਲਕੂਲੇਟ ਕਰਨਾ ਤਾਂ ਫਿਰ ਆਪਾਂ ਨੇ ਮਾਸ ਆਫ ਕੰਪੋਨੈਂਟ ਉੱਪਰ ਲਵਾਂਗੇ ਆਪਾਂ ਜਿੱਦਾਂ ਆਪਾਂ ਲੈ ਹੀ ਰਹੇ ਹਾਂ ਡਿਵਾਈਡਡ ਬਾਈ ਮਾਸ ਆਫ ਸੋਲਿਊਸ਼ਨ ਵੀ ਉੱਦਾਂ ਹੀ ਲਵਾਂਗੇ ਜਿੱਦਾਂ ਆਪਾਂ ਟੋਟਲ ਥੱਲੇ ਲੈ ਰਹੇ ਹਾਂ ਗੁਣਾ ਕਿੰਨੇ ਨਾਲ ਕਰ ਦਾਂਗੇ 100 ਦੀ ਬਜਾਏ 10 ਦੀ ਪਾਵਰ ਕਿੰਨੇ ਨਾਲ ਕਰਾਂਗੇ 6 ਦੇ ਨਾਲ। ਤਾਂ PPM ਦੀ ਫਾਰਮ ਦੇ ਵਿੱਚ ਯਾਨੀ ਪਾਰਟਸ ਪਰ ਮਿਲੀਅਨ ਦੀ ਫਾਰਮ ਦੇ ਵਿੱਚ ਵੀ ਆਪਾਂ ਕੰਸਨਟ੍ਰੇਸ਼ਨ ਜਿਹੜੀ ਆ ਉਹ ਮਾਪ ਸਕਦੇ ਹਾਂ। ਸੋ ਇਹ ਤਿੰਨ ਜਿਹੜੇ ਆਪਣੇ ਕੋਲ ਜਰਨਲ ਜੀ ਮੈਥਡ ਆ ਜਿਹੜੇ ਹੋਰ ਮੈਥਡ ਆ ਜਿਨ੍ਹਾਂ ਆਪਾਂ ਨੇ ਮੋਲੈਰਿਟੀ +1 'ਚ ਵੀ ਕੀਤੇ ਆ ਹੈ ਨਾ ਇਸ ਤੋਂ ਬਾਅਦ ਉਹ ਆਉਣਗੇ ਉਹਦੇ ਅਕੋਰਡਿੰਗ ਆਪਾਂ ਜਿਹੜੇ ਹੈਗੇ ਆ ਨੂਮੈਰੀਕਲਸ ਵੀ ਫਾਈਂਡ ਆਊਟ ਕਰ ਸਕਦੇ ਹਾਂ। ਹੁਣ ਆਪਾਂ ਜਿਹੜੇ ਮੈਥਡ ਕੀਤੇ ਉਹਦੇ ਮੈਥਡ ਦਾ ਇੱਕ ਨੂਮੈਰੀਕਲ ਜਿਹੜਾ ਮੈਂ ਤੁਹਾਨੂੰ ਜ਼ਰੂਰ ਕਰਵਾਉਂਗੀ ਉਹ ਤੁਸੀਂ ਜ਼ਰੂਰ ਸੁਣੋ ਹੈ ਨਾ। ਇਹ ਹੈਗਾ ਕੁਐਸਚਨ ਰਾਜੇ। ਹੁਣ ਮੈਂ ਸਟੇਟਮੈਂਟ ਪੜ੍ਹੂੰਗੀ ਤੁਸੀਂ ਨੋਟ ਕਰ ਲੈਣੀ ਹੈ ਮੈਂ ਕੀ ਚੀਜ਼ਾਂ ਬੋਲੀਆਂ ਉਹ ਮੈਂ ਇੱਥੇ ਲਿਖ ਵੀ ਦਊਂਗੀ। ਇਫ 11 ਗ੍ਰਾਮ ਆਫ ਆਕਜ਼ੈਲਿਕ ਐਸਿਡ ਦਾ ਮਾਸ ਹੈ ਮਾਸ ਆਫ ਆਕਜ਼ੈਲਿਕ ਐਸਿਡ ਇਹ ਦਿੱਤਾ ਹੋਇਆ ਰਾਜੇ ਇਹ ਹੈ 11 ਗ੍ਰਾਮ। ਇਹ ਸਾਰਿਆਂ ਨੇ ਕੱਢ ਕੇ ਵੀ ਦੇਖਣਾ ਸਵਾਲ। ਸੋ 11 ਗ੍ਰਾਮ ਆਫ ਆਕਜ਼ੈਲਿਕ ਐਸਿਡ ਆਰ ਡਿਜ਼ੋਲਵਡ ਇਨ 500 ml ਆਫ ਸੋਲਿਊਸ਼ਨ। ਜਦੋਂ ਮਿਲੀਲੀਟਰ 'ਚ ਚੀਜ਼ ਆ ਗਈ ਤਾਂ ਵੋਲਿਊਮ ਦਿੱਤਾ ਹੋਊਗਾ ਉਹ ਵੋਲਿਊਮ ਆਫ ਸੋਲਿਊਸ਼ਨ ਕਿੰਨਾ ਦਿੱਤਾ ਹੋ ਰਜੇ 500 ml। ਡੈਂਸਿਟੀ ਵੀ ਨਾਲ ਦਿੱਤੀ ਹੈ 1.1 ਗ੍ਰਾਮ ਪਰ ml। ਸੋ ਡੈਂਸਿਟੀ ਹੋ ਗਈ 1.1 ਗ੍ਰਾਮ ਪਰ ਮਿਲੀਲੀਟਰ ਇਹ ਹੈ ਡੈਂਸਿਟੀ। ਸੋ ਵਾਟ ਇਜ਼ ਦਾ ਮਾਸ ਪਰਸੈਂਟੇਜ ਹੁਣ ਕੱਢਣੀ ਕੀ ਹੈ ਰਾਜੇ ਆਪਾਂ ਨੇ ਮਾਸ ਪਰਸੈਂਟੇਜ। ਚਲੋ ਹੁਣ ਤੁਸੀਂ ਦੱਸੋ ਆਪਾਂ ਕਿੱਦਾਂ ਕੱਢਾਂਗੇ। ਜਦੋਂ ਅਸੀਂ ਮਾਸ ਪਰਸੈਂਟੇਜ ਕੱਢਣੀ ਆ ਤਾਂ ਸਿਰਫ ਮਾਸ ਯੂਜ਼ ਕਰਾਂਗੇ। ਜੇ ਅਸੀਂ ਵੋਲਿਊਮ ਪਰਸੈਂਟੇਜ ਕੱਢਣੀ ਤਾਂ ਸਿਰਫ ਕੀ ਯੂਜ਼ ਕਰਨਾ ਵੋਲਿਊਮ ਯੂਜ਼ ਕਰਨਾ। ਹੁਣ ਮਾਸ ਪਰਸੈਂਟੇਜ ਦੇ ਵਿੱਚ ਅਸੀਂ ਕਿੱਦਾਂ ਕੱਢਾਂਗੇ ਆਪਾਂ ਫਾਰਮੂਲਾ ਉਹੀ ਲਾਵਾਂਗੇ ਜਿਹੜਾ ਮੈਂ ਤੁਹਾਨੂੰ ਦੱਸਿਆ ਆ ਮਾਸ ਆਫ ਕੰਪੋਨੈਂਟ ਉੱਤੇ ਮਾਸ ਆਫ ਸੋਲਿਊਸ਼ਨ ਟੋਟਲ ਕਿੱਥਾ ਹੋ ਜਾਊਗਾ ਥੱਲੇ ਗੁਣਾ ਕਿੰਨੇ ਨਾਲ ਕਰਨੀ ਆਪਾਂ 100 ਦੇ ਨਾਲ ਪਰਸੈਂਟੇਜ ਨਿਕਲ ਜੂਗੀ।
ਹੁਣ ਮਾਸ ਆਫ ਕੰਪੋਨੈਂਟ ਤਾਂ ਸਾਨੂੰ ਦਿਸਦਾ ਆ ਵੀ ਆਕਜ਼ੈਲਿਕ ਐਸਿਡ ਕੰਪੋਨੈਂਟ ਆ, ਉਹਦਾ ਮਾਸ 11 ਗ੍ਰਾਮ ਆ, ਪਰ ਮਾਸ ਆਫ ਸੋਲੂਸ਼ਨ ਸਾਡੇ ਕੋਲ ਹੈ ਨਹੀਂਗਾ। ਲੇਕਿਨ ਮਾਸ ਦੀ ਜਗ੍ਹਾ ਰਾਜੇ ਆਪਾਂ ਨੂੰ ਆਹ ਦੋ ਚੀਜ਼ਾਂ ਦਿੱਤੀਆਂ ਹੈ, ਡੈਂਸਿਟੀ ਤੇ ਕੀ ਦੇ ਦਿੱਤਾ, ਵੋਲਿਊਮ। ਕੀ ਆਪਾਂ ਇਹ ਤੋਂ ਮਾਸ ਕੱਢ ਸਕਦੇ ਹਾਂ? ਜੇ ਬੱਚਿਆਂ ਨੂੰ ਇਹ ਪਤਾ ਹੋਵੇ ਵੀ ਡੈਂਸਿਟੀ ਕਿਹਦੇ ਬਰਾਬਰ ਹੁੰਦੀ ਹੈ, ਮਾਸ ਬਟੇ ਵੋਲਿਊਮ, ਤਾਂ ਮਾਸ ਕੱਢਣ ਲਈ ਡੈਂਸਿਟੀ ਨੂੰ ਕਿੰਨੇ ਨਾਲ ਗੁਣਾ ਕਰੋ, ਵੋਲਿਊਮ ਦੇ ਨਾਲ। ਤਾਂ 500 ਨੂੰ ਕਿੰਨੇ ਨਾਲ ਗੁਣਾ ਕਰਾਂਗੇ, 1.1 ਦੇ ਨਾਲ। ਸੋ ਕਲੀਅਰ ਹੋ ਗਿਆ ਡੈਂਸਿਟੀ ਮਾਸ ਕਿੱਦਾਂ ਕੱਢੋਗੇ ਰਾਜੇ, ਮਾਸ ਬਰਾਬਰ ਕਿੱਦਾਂ ਕਰੋਗੇ ਤੁਸੀਂ, 500 ਦੀ ਗੁਣਾ ਕਿੰਨੇ ਨਾਲ ਕਰੋਗੇ, 1.1 ਦੇ ਨਾਲ ਕਰਕੇ ਆਪਾਂ ਇਹਨਾਂ ਦੋਨਾਂ ਦੀ ਗੁਣਾ ਤੋਂ ਕੀ ਕੱਢ ਲਾਂਗੇ, ਮਾਸ। ਸੋ ਮਾਸ ਆਫ ਕੰਪੋਨੈਂਟ ਕਿੰਨਾ ਆ ਜਾਊਗਾ, 11 ਗ੍ਰਾਮ। ਜਿਹੜਾ ਮਾਸ ਆਫ ਸੋਲੂਸ਼ਨ ਆ ਜਾਊਗਾ ਗੁਣਾ ਕਰਕੇ ਤੁਸੀਂ ਦੇਖਿਓ ਤੁਹਾਡਾ 550 ਗ੍ਰਾਮ ਆ ਜਾਊਗਾ। ਗੁਣਾ ਕਿੰਨੇ ਨਾਲ ਕਰਾਂਗੇ ਰਾਜੇ, 100 ਦੇ ਨਾਲ। ਆਨਸਰ ਕਿੰਨਾ ਨਿਕਲੂਗਾ, 2%। ਇਹ ਤੁਸੀਂ ਕੱਢ ਕੇ ਦੇਖਿਓ, ਤੁਹਾਡਾ ਸਵਾਲ ਜਿਹੜਾ ਜ਼ਰੂਰ ਨਿਕਲੇਗਾ। ਸੋ ਇਸ ਤਰ੍ਹਾਂ ਆਪਾਂ ਮਾਸ ਪਰਸੈਂਟੇਜ ਜਿਹੜੀ ਆ ਉਹ ਕੈਲਕੂਲੇਟ ਕਰ ਸਕਦੇ ਹਾਂ। ਕੱਲ੍ਹ ਜਿਹੜੇ ਆਪਾਂ ਹੁਣ ਅਗਲੇ ਮੈਥਡ ਸਟੱਡੀ ਕਰਾਂਗੇ, ਫਿਰ ਉਹਨਾਂ ਦੇ ਨਿਊਮੈਰੀਕਲਸ ਕਰਾਂਗੇ। ਸੋ ਨਾਲੋਂ ਨਾਲ ਮਤਲਬ ਇੱਕ ਚੀਜ਼ ਤੁਹਾਡੇ ਲਈ ਕੰਪਲਸਰੀ ਹੈ, ਵੀਡੀਓ ਦੇਖਣਾ। ਅਗਰ ਤੁਸੀਂ ਵੀਡੀਓ ਦੇਖੀ ਨਾ ਤਾਂ ਫਿਰ ਬਣਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਹੈਗਾ। ਤਾਂ ਤੁਸੀਂ ਵੀਡੀਓ ਦੇਖ ਕੇ ਆਪਣੇ ਲੈਕਚਰ ਜਿਹੜੇ ਆ ਸਟਾਰਟ ਕਰ ਦਿਓ, ਔਰ ਆਪਣਾ ਕੰਮ ਜਿਹੜਾ ਹੈਗਾ ਨਾ ਰਿਟਨ ਵੀ ਤੁਹਾਡੇ ਕੋਲ ਆ ਜਾਏਗਾ। ਫਟਾਫਟ ਤੁਸੀਂ ਜਿਹੜਾ ਉਹਨੂੰ ਕੰਪਲੀਟ ਕਰੋ। ਓਕੇ ਰਾਜੇ, ਆਲ ਦੀ ਬੈਸਟ।